ਵਿਖਾਇਆ ਲਿਖਿਆ ਸੀ ਅਸੀਂ, ਤੇ ਉਹ ਕਹਿਣ ਲੱਗੇ ਜੇ ਤੁਸੀਂ ਕਰ ਸਕਦੇ ਜੇ ਤੇ ਇੱਕ ਦਸਤਾਰ ਦੇ ਬਾਰੇ ਲੇਖ ਲਿਖ ਦਿਓ। ਉਹ ਅਸੀਂ ਥੋੜੀ ਨਿਮਾਣੀ ਦੀ ਕੋਸ਼ਿਸ਼ ਕੀਤੀ ਆ, ਮੈਂ ਤੇ ਬਲਦੇਵ ਸਿੰਘ ਹਰਾਂ ਨੇ, ਤੇ ਇਹਦੇ ਵਿੱਚ ਅਸੀਂ ਇਕੱਠੇ ਹੀ ਕਰਾਂਗੇ ਦੋਨੋਂ। ਤੇ ਇਹਦੇ ਵਿੱਚ ਜੇ ਕੋਈ ਗਲਤੀ ਮਿਲੇ ਤੇ ਉਹ ਹੁਣ ਮੇਰੀ ਹੈ, ਕਿਉਂਕਿ ਬਲਦੇਵ ਸਿੰਘ ਮੇਰੀਆਂ ਬਹੁਤ ਗਲਤੀਆਂ ਕੱਢਦੇ ਨੇ, ਫਿਰ ਵੀ ਕਈ ਵਾਰੀ ਉਹ ਰਹਿ ਜਾਂਦੀਆਂ ਕੋਈ ਛੋਟੀ ਮੋਟੀ। ਨਹੀਂ ਹੈ ਜੀ, ਕੋਈ ਗੱਲ ਤੇ ਬਾਕੀ ਮੈਂ ਸ਼ੁਰੂ ਕਰਦਾ ਜੀ ਕਿ ਸਜਾਓ ਦਸਤਾਰ ਤੇ ਬਣੋ ਸਰਦਾਰ। ਇਸ ਦਾ ਸ਼ਬਦੀ ਜਿਹੜਾ ਅਰਥ ਹੈ, ਫਾਰਸੀ ਦਾ ਲਫ਼ਜ਼ ਹੈ, ਇਹਦੇ ਦਸਤਾਰ, ਦਸਤਿਆ ਰੱਬ ਦਾ ਹੱਥ। ਇਹਦੇ ਵੱਖਰੇ ਵੱਖਰੇ ਨਾਮ ਵਰਤੇ ਗਏ ਨੇ। ਖਾਲਸਾ ਖਾਸ ਕਰਕੇ ਇੱਕ ਦਸਤਾਰਾ ਵਰਤਦਾ ਹੈ, ਪੱਗ, ਪਗੜੀ, ਸਾਫਾ, ਚੀਰਾ, ਦੁਮਾਲਾ, ਦੁਮਾਲੜਾ, ਚਮਲਾ, ਤਾਜ, ਹੋਰ ਵੀ ਕਈ ਤਰ੍ਹਾਂ ਦੇ ਨਾਂ ਇਹਦੇ ਵਿੱਚ ਇਹਦੇ ਆਉਂਦੇ ਨੇ। ਤੇ ਇਹਦੇ ਅਸੀਂ ਡਿਫਰੈਂਟ ਰੂਪਰੇਖਾ ਦੀ ਸਮਾਜਿਕ ਪੱਖ ਦੇ ਬਾਰੇ ਥੋੜੀ ਗੱਲ ਕਰਾਂਗੇ, ਸਿੱਖੀ ਤੇ ਦਸਤਾਰ ਦੇ ਬਾਰੇ, ਵਿਰੋਧਤਾ ਕਿਵੇਂ ਹੁੰਦੀ ਰਹੀ ਤੇ ਸੰਘਰਸ਼ ਕਿਵੇਂ ਹੁੰਦੇ ਰਹੇ ਥੋੜੀ ਜੀ, ਵਰਤਮਾਨ ਪੱਖ ਕੀ ਆ ਤੇ ਕੁਛ ਜਿਹੜੇ ਹਮਲੇ ਮਾਰਨ ਦੀ ਲੋੜ ਆ ਕਿ ਕੀ ਸਾਨੂੰ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ। ਦਸਤਾਰ ਦੇ ਕਈ ਰੂਪ ਜੇ ਜਾਈਏ ਇੰਟਰਨੈਟ ਤੇ ਬੜੇ ਵੱਖਰੇ ਵੱਖਰੇ ਰੂਪਾਂ ਨਾਲ ਬੰਨੀਆਂ ਮਿਲਦੀਆਂ ਨੇ। ਤੇ ਅਸੀਂ ਇਹਦਾ ਇੱਕ ਮਤਲਬ ਇਨਕਲੂਸਿਵ ਵਿਊ ਲਿਆ ਕਿ ਜਿਹੜੀ ਦਸਤਾਰ ਕਹਿ ਲਓ ਜਾਂ ਪਗੜੀ ਕਹਿ ਲਓ ਜਾਂ ਪੱਗ ਕਹਿ ਲਓ, ਉਹ ਜੇ ਹਿਸਟੋਰੀਕਲੀ ਮੀਜ਼ੋਪਟਾਮੀਆ ਦੇ ਵਿੱਚ 4350 ਸਾਲ ਇੱਕ ਪੁਰਾਣਾ ਬੁੱਤ ਹੈ ਕੋਈ, ਉਹਦੇ ਸਿਰ ਤੇ ਵੀ ਦਸਤਾਰ ਵਾਂਗੂ ਕੁਝ ਬੱਧਾ ਹੋਇਆ ਨਜ਼ਰ ਹੈ। ਯਹੂਦੀ ਜਿਹੜੇ ਮੁੱਖ ਪਾਦਰੀ ਦੇ ਸੀ 1300 BC ਦੇ ਵਿੱਚ, ਪਗੜੀ ਕਹਿ ਲਓ ਜਾਂ ਜੋ ਵੀ ਆ, ਉਹ ਇੱਕ ਵਰਦੀ ਦਾ ਹਿੱਸਾ ਹੁੰਦੀ ਸੀ। ਜੇ ਤੁਸੀਂ ਮਹਾਰਾਸ਼ਟਰ ਦੇ ਵਿੱਚ ਅਜੰਤਾ ਅਲੋਰਾ ਦੀਆਂ ਗੁਫਾਵਾਂ ਜਿਹੜੀਆਂ ਨੇ 2300 ਸਾਲ ਪੁਰਾਣੀਆਂ, ਉਹਨਾਂ ਦੇ ਵਿੱਚ ਵੀ ਕਾਫੀ ਜਿਹੜੀਆਂ ਬੁੱਤ ਨੇ ਉਹਨਾਂ ਦੇ ਉੱਪਰ ਵੀ ਦਸਤਾਰ ਜਾਂ ਪਗੜੀ, ਦਸਤਾਰ ਬੰਨੀ ਹੋਈ ਨਜ਼ਰ ਆਉਂਦੀ ਹੈ। ਲੰਡਨ ਦੇ ਵਿੱਚ 1431 ਦੀ ਇੱਕ ਤਸਵੀਰ ਆ, 1431 ਸਾਲ ਪਹਿਲਾਂ ਦੀ ਤਸਵੀਰ ਆ ਕਿ ਜਿਹਦੇ ਉੱਤੇ ਬੁੱਤ ਦੇ ਵਿੱਚ ਉਹ ਪਗੜੀ ਬੰਨੀ ਹੋਈ ਨਜ਼ਰ ਆਈ ਸੀ ਹੈ। 8ਵੀਂ ਸਦੀ ਮਿਸਰ, ਸੀਰੀਆ ਦੇ ਵਿੱਚ ਵੱਖਰੇ ਵੱਖਰੇ ਲੋਕਾਂ ਦੇ ਵੱਖਰੇ ਵੱਖਰੇ ਰੰਗ ਸਨ। ਜਿਵੇਂ ਈਸਾਈ ਨੀਲੀ ਪੱਗ ਬੰਨ੍ਹਦੇ ਸੀ, ਯਹੂਦੀ ਪੀਲੀ, ਸਮੈਟੀਅਨ ਜਿਹੜੇ ਸਨ ਉਹ ਲਾਲ, ਤੇ ਮੁਸਲਮਾਨ ਚਿੱਟੇ ਰੰਗ ਦੀ ਪੱਗ ਬੰਨ੍ਹਦੇ ਸੀ। ਸਮਾਜਿਕ ਪੱਖ ਥੋੜੇ ਜਿਹੇ ਭਾਰਤ ਆਪਣੇ ਦੇਸ਼ ਤੋਂ ਸ਼ੁਰੂ ਕਰਕੇ ਜਾਤ ਪਾਤ ਦਾ ਵੀ ਇਹ ਇੱਕ ਪ੍ਰਤੀਕ ਸੀ। ਹਿੰਦੂ ਰਾਜੇ ਤੇ ਅਮੀਰ ਨੂੰ ਆਪਣੀ ਬੜੀ ਸ਼ਾਨ ਸਮਝਦੇ ਸਨ। ਰਾਜਪੂਤ ਤੇ ਮਰਾਠਾ ਜਿਹੜੇ ਸਨ ਉਹ ਵੀ ਆਪਣੀ ਬੜੀ ਇਸ ਚੀਜ਼ ਨੂੰ, ਪੱਗ ਨੂੰ ਆਪਣੀ ਸ਼ਾਨ ਸਮਝਦੇ ਸੀ। ਔਰ ਉਸ ਦੇ ਉਲਟ ਜਿਹੜੀਆਂ ਨੀਵੀਆਂ ਜਾਤਾਂ ਵਾਲਿਆਂ ਨੂੰ ਪੱਗ ਬੰਨਣ ਦੀ ਮਨਾਹੀ ਸੀ। ਰਾਜਸੀ ਤੌਰ ਤੇ ਜੇ ਤੁਸੀਂ ਲਓ ਤੇ ਹੀਰਿਆਂ ਮੋਤੀਆਂ ਕਲਗੀ ਨਾਲ ਸਜਿਆ ਤਾਜ, ਇਹ ਇੱਕ ਕਿਸਮ ਦਾ ਰਾਜਸੀ ਸ਼ਾਨ, ਰੋਬ, ਸਵੈਮਾਨ ਦੀ ਨਿਸ਼ਾਨੀ ਦਾ ਪ੍ਰਤੀਕ ਹੈ। ਆਮ ਇਵਨ ਪੁਰਾਣੇ ਜ਼ਮਾਨਿਆਂ ਦੇ ਵਿੱਚ ਜਿਹੜੇ ਰਾਜੇ ਮਹਾਰਾਜੇ, ਇਵਨ ਬਾਹਰ ਦੇ ਵੀ, ਜਾਂ ਨਵਾਬ ਦੂਸਰੇ ਇਵਨ ਮਿਡਲ ਈਸਟ ਦੇ ਵਿੱਚ ਵੀ, ਉਹਨਾਂ ਦੇ ਹਮੇਸ਼ਾ ਸਿਰਾਂ ਤੇ ਬੜੇ ਵਧੀਆ ਸਜਾਏ ਪਗੜੀਆਂ ਦੇ ਬੰਨੀਆਂ ਹੋਈਆਂ ਸੀ। ਅਮੀਰ ਤੇ ਗਰੀਬ ਜਿਹੜੇ ਅਰਬ ਲੋਕ ਸਨ ਨਾ, ਇਹਨਾਂ ਦੇ ਵੱਖਰੇ ਵੱਖਰੇ ਰੰਗ ਸਨ। ਅਮੀਰਾਂ ਦਾ ਵੱਖਰਾ ਰੰਗ ਸੀ, ਗਰੀਬ ਲੋਕਾਂ ਦਾ ਵੱਖਰਾ ਰੰਗ ਸੀ। ਧਰਮੀ ਤੌਰ ਤੇ ਇਵਨ ਮੁਸਲਮਾਨ ਜਿਹੜੇ ਸੀ, ਮੌਲਵੀ, ਕਾਜੀ, ਮੁਨਸਫ, ਉਹ ਅੱਜ ਤੱਕ ਵੀ ਤੁਸੀਂ ਦੇਖਦੇ ਜੇ ਮੁਸਲਮਾਨ ਸ਼ਾਹੀ ਤੇ ਰਾਜਸੀ ਸ਼ਾਨ ਵਾਸਤੇ ਉਹ ਸਾਰੇ ਪਗੜੀ ਸਜਾਉਂਦੇ ਸਨ। ਮੁਗਲ ਰਾਜ ਦੇ ਵਿੱਚ ਸਿਰਫ ਮੁਸਲਮਾਨਾਂ ਨੂੰ ਉਹੀ ਪਗੜੀ ਬੰਨ੍ਹਣ ਦੀ ਇਜਾਜ਼ਤ ਸੀ ਜਾਂ ਪਰਮਿਸ਼ਨ ਸੀ, ਤੇ ਬਾਕੀ ਲੋਕ ਨਹੀਂ ਸੀ। ਤੇ ਸਮਾਜਿਕ ਤੌਰ ਤੇ ਜੇ ਵਿਆਹ ਦੇ ਵੇਲੇ ਲਾੜਾ ਹਮੇਸ਼ਾ ਪੱਗ ਬੰਨ੍ਹਦਾ ਹੈ, ਤੇ ਲੜਕਾ ਤੇ ਲੜਕੀ ਦੇ ਰਿਸ਼ਤੇਦਾਰ ਵੀ ਪਗੜੀਆਂ ਬੰਨ੍ਹਦੇ ਨੇ। ਫਿਰ ਮਰਗ ਦੇ ਟਾਈਮ ਤੇ ਪਿਤਾ ਦੀ ਮੌਤ ਤੇ
ਅਜੇ ਹਿੰਦੂ ਧਰਮ ਦੇ ਵਿੱਚ ਵੀ ਸਾਡੇ ਵੀ ਇਹ ਪੱਗ ਦਸਤਾਰਬੰਦੀ ਕਹਿ ਦਿੰਦੇ ਆ, ਕੋਈ ਪਗੜੀ ਦੀ ਰਸਮ ਕਹਿ ਦਿੰਦੇ ਹਿੰਦੂ ਧਰਮ ਦੇ ਵਿੱਚ। ਇਹ ਪੁੱਤਰ ਨੂੰ ਇੱਕ ਕਿਸਮ ਦਾ ਜ਼ਿੰਮੇਵਾਰੀ ਅੱਗੇ ਫੈਮਿਲੀ ਪਰਿਵਾਰ ਦੀ ਬਖਸ਼ ਪਾਸ ਆਨ ਕਰਨ ਦੀ ਪ੍ਰਥਾ ਹੈ। ਕੁਝ ਕਹਾਵਤਾਂ ਵੀ ਇਸ ਦੇ ਪਗੜੀ ਦੇ ਨਾਲ ਜੁੜੀਆਂ ਨੇ ਕਿ ਮੇਰੀ ਪੱਗ ਨਾ ਰੋਲੀ। ਆਪ ਸਭ ਨੂੰ ਪਤਾ ਕਿ ਇਸ ਦਾ ਕੀ ਮਤਲਬ ਹੈ। ਮੇਰੀ ਪੱਗ ਦੀ ਲਾਜ ਰੱਖੀ, ਮੇਰੀ ਪੱਗ ਨਾ ਲੈਣ ਦੇਈ। ਸਮਾਜਿਕ ਤੌਰ ਤੇ ਜਿਵੇਂ ਪੁਰਾਣੇ ਜ਼ਮਾਨੇ 'ਚ ਆਪਣੇ ਬਹੁਤ ਰਿਵਾਜ ਸੀ ਕਿ ਫਰੈਂਡਸ ਦੇ ਵਿੱਚ, ਮਿੱਤਰਾਂ ਦੇ ਵਿੱਚ ਜੇ ਕਿਸੇ ਨੇ ਗੂੜੀ ਮਿੱਤਰਤਾ ਕਰਨੀ ਆ ਤਾਂ ਉਹ ਪੱਗ ਵੱਟ ਭਰਾ ਬਣ ਜਾਂਦੇ ਸੀ, ਔਰ ਉਹ ਭਰਾਵਾਂ ਵਰਗਾ ਹੀ ਫਿਰ ਇੱਕ ਦੂਸਰੇ ਨਾਲ ਸਾਰੇ ਤਰੀਕੇ ਨਾਲ ਵਰਤਦੇ ਸੀ। ਪੱਗ ਸਿਰ ਤੇ ਰੱਖਣੀ, ਇਹ ਆਮ ਕਹਾਵਤ ਹੈ ਕਿ ਕਿਸੇ ਜੇ ਇੱਜ਼ਤ ਕਰਨੀ ਹੈ ਤੇ ਉਹਦੇ ਸਿਰ ਤੇ ਤੁਸੀਂ ਪੱਗ ਰੱਖੋ, ਤੇ ਜੇ ਪੱਗ ਮੁਆਫੀ ਕਿਸੇ ਤੋਂ ਮੰਗਣੀ ਹੈ ਤੇ ਪੈਰਾਂ ਵਿੱਚ ਰੱਖਣੀ ਜਿਹੜੀ ਆ, ਇਹ ਵੀ ਇੱਕ ਮੁਆਫੀ ਦਾ ਪ੍ਰਤੀਕ ਹੈ। ਆਜ਼ਾਦੀ ਦੇ ਟਾਈਮ ਤੇ ਪਗੜੀ ਸੰਭਾਲ ਜੱਟਾ ਸਰਦਾਰ ਜੀ ਅਜੀਤ ਸਿੰਘ ਰਾਂਦਾ, ਜਿਹੜੇ ਕਿ ਸੁਤੰਤਰਤਾ ਦੇ ਘੁਲਾਟੀ ਸਨ, ਉਹਨਾਂ ਦਾ ਇੰਨਾ ਮਸ਼ਹੂਰ ਹੋਇਆ ਕਿ ਇਹਨੇ ਇੰਨੀ ਜ਼ਿਆਦਾ ਬਹੁਤ ਹੀ ਰੂਹ ਫੂਕ ਦਿੱਤੀ ਆਜ਼ਾਦੀ ਦੇ ਵੇਲੇ। ਤੇ ਇਸ ਤੋਂ ਅੱਗੇ ਜੀ ਸਿੱਖੀ ਤੇ ਦਸਤਾਰ, ਸੌਰੀ ਅੱਗੇ ਚਲੀ ਗਈ। ਜਿਵੇਂ 10ਵੇਂ ਗੁਰੂ ਸਿੱਖ, 5 ਪਿਆਰੇ, ਇਹ ਸਾਰੇ ਹੀ ਦਸਤਾਰਧਾਰੀ ਰਹੇ ਨੇ। ਫਿਰ ਸਰੂਪਾ ਜਿਹੜਾ ਹੈ ਉਹ ਹਮੇਸ਼ਾ ਖਾਸ ਕਰਕੇ ਸਿੱਖ ਜਿਹੜੇ ਧਰਮ ਸਥਾਨ ਨੇ ਉਹਨਾਂ ਤੇ ਦਸਤਾਰ ਦਾ ਹੀ ਦਿੱਤਾ ਜਾਂਦਾ। ਰਹਿਤ ਮਰਿਆਦਾ ਦੇ ਵਿੱਚ ਪੋਸ਼ਾਕ ਜਿਹੜੀ ਹੈ ਸਿੱਖ ਦੀ, ਉਹਦੇ ਵਿੱਚ ਦਸਤਾਰ ਜਿਹੜੀ ਹੈ ਜ਼ਰੂਰੀ ਹੈ। ਦਸਤਾਰ ਦੇ ਨਾਲ ਸਿਰਫ ਇੱਕ ਕਛਹਿਰੇ ਦੀ ਹੈ ਜਿਹੜੀ ਜ਼ਰੂਰੀ ਹੈ, ਬਾਕੀ ਜਿੱਥੋਂ ਤੱਕ ਉਹਦੇ ਵਿੱਚ ਮੈਨੂੰ ਪਤਾ ਲਿਖਿਆ ਹੈ ਕਿ ਕੋਈ ਬਾਕੀ ਪਹਿਰਾਵੇ ਦੀ ਕੋਈ ਉਹਦੇ ਤੇ ਹੈ ਨਹੀਂ, ਕਿਸੇ ਦਾ ਵੀ ਮਨਾਹੀ ਜਾਂ ਜ਼ਰੂਰੀ ਨਹੀਂ। ਕੁਝ ਰਹਿਤਨਾਮੇ ਕਾਫੀ ਨੇ, ਮੈਂ 2-3 ਇੱਥੇ ਦਰਜ ਕੀਤੇ ਨੇ। ਨਾਈ ਕਾ ਹਾਥ ਸੀਸ ਚਿਹਰੇ ਨਾ ਲਗਾਣਾ ਪਾਵੇ, ਕੇਸ ਪਗੜੀ ਧਾਰੀ ਗੁਰੂ ਕਾ ਸਿੱਖ ਕਹਾਵੇ। ਇਹ ਕੇਸਰ ਸਿੰਘ ਜੀ ਦਾ ਹੈ। ਦਸਤਾਰ ਨੂੰ ਟੋਪੀ ਵਾਂਗਰਾ ਰੱਖੇ ਸੋ ਤਨਖਾਹੀਆ, ਚੌਪਾ ਸਿੰਘ ਜੀ ਦਾ। ਨਗਨ ਹੋਏ ਬਾਹਰ ਫਿਰੇ ਨਗਨ ਸੀਸ ਜੋ ਖਾਏ, ਨਗਨ ਪ੍ਰਸਾਦ ਜੋ ਬਾਟੀ ਤਨਖਾਹੀ ਬੜੋ ਕਹਾਏ, ਭਾਈ ਨੰਦ ਲਾਲ ਜੀ ਦਾ। ਸੋ ਹੋਰ ਵੀ ਕਾਫੀ ਹੈਗੇ ਨੇ। ਤੇ ਸਿੱਖੀ ਤੇ ਦਸਤਾਰ ਅੱਗੇ ਚੱਲਦੇ ਹੋਏ ਗੁਰੂ ਅਰਜਨ ਦੇਵ ਜੀ ਦੇ ਟਾਈਮ ਤੇ ਜਿਹੜੇ ਵੀ ਕੋਈ ਮਸੰਦ ਸੇਵਕ ਉਹਨਾਂ ਨੂੰ ਸਿਰੋਪਾਏ ਜਦੋਂ ਦਿੰਦੇ ਸਨ, ਉਹ ਦਸਤਾਰ ਦਾ ਦਿੰਦੇ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਦਸਤਾਰ ਦੇ ਮੁਕਾਬਲੇ ਵੀ ਕਰਵਾਉਂਦੇ ਸੀ। ਤੇ ਪੌਂਡਾ ਸਾਹਿਬ ਇੱਕ ਗੁਰਦੁਆਰਾ ਸਾਹਿਬ ਵੀ ਹੈ ਜਿੱਥੇ ਕਿ ਦਸਤਾਰ ਘਾਟ ਦਾ ਨਾਂ ਹੈ ਜਾਂ ਦਸਤਾਰ ਅਸਥਾਨ ਹੈ। ਉਹ ਗੁਰਦੁਆਰਾ ਵੀ ਇਸ ਸੰਬੰਧ ਦੇ ਵਿੱਚ ਸਥਿਤ ਹੈ ਪੌਂਡਾ ਸਾਹਿਬ ਵਿੱਚ। 5 ਪਿਆਰੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਉਹਨਾਂ ਨੂੰ ਅੰਮ੍ਰਿਤ ਛਕਾਇਆ, ਦਸਤਾਰ ਪਹਿਲਾਂ ਵੀ ਸਜਾਈ ਸੀ, ਪਰ ਉਸ ਵੇਲੇ ਫਿਰ ਇਹ ਬਿਲਕੁਲ ਪੱਕਾ ਹਿੱਸਾ ਬਣਾ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਨੇ 2 ਮਹਾਨ ਹਸਤੀਆਂ ਮਾਈ ਭਾਗੋ ਤੇ ਪੀਰ ਬੁੱਧੂ ਸ਼ਾਹ ਜੀ ਨੂੰ ਦਾ ਸਤਿਕਾਰ ਕੀਤਾ, ਆਪਣੇ ਹੱਥੀਂ ਦਸਤਾਰ ਬਖਸ਼ ਕੇ ਉਹਨਾਂ ਦੇ ਸਿਰ ਤੇ ਸਜਾ ਕੇ। ਇਸ ਮਹਾਰਾਜਾ ਰਣਜੀਤ ਸਿੰਘ ਜਿਹੜਾ ਸੀ, ਉਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇੱਕ ਕਿਸਮ ਦਾ ਬਖਸ਼ਿਆ ਤਾਜ ਸਮਝਦਾ ਸੀ, ਇੰਨੀ ਇੱਜ਼ਤ ਕਰਦਾ ਸੀ। ਉਹਨੇ ਵੀ ਕਾਫੀ ਲੋਕ ਜਦੋਂ ਵੀ ਕੋਈ ਸੋਹਣੀ ਦਸਤਾਰ ਸਜਾਉਂਦਾ ਸੀ ਤੇ ਉਹਨਾਂ ਨੂੰ ਬੜੇ ਬਹਿਮੁੱਲ ਇਨਾਮ, ਘੋੜੇ, ਹੋਰ ਪੈਸਾ, ਹੋਰ ਤਰ੍ਹਾਂ ਦੇ ਵੀ ਇਨਾਮ ਦਿੰਦੇ ਸੀ। ਸੈਨਾ ਵਿੱਚ ਦਸਤਾਰ ਜ਼ਰੂਰੀ ਸੀ। ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਦੇ ਵਿੱਚ ਈਵਨ ਜਿਹੜੇ ਯੂਰਪੀਅਨ ਜਨਰਲ ਜਾਂ ਜਿਹੜੇ ਯੂਰਪੀਅਨ ਸਿਪਾਹੀ ਸਨ, ਉਹਨਾਂ ਨੂੰ ਵੀ ਦਸਤਾਰ ਬੰਨ੍ਹਣ ਦੀ ਜ਼ਰੂਰੀ ਸੀ। ਸੋ ਹਰ ਇੱਕ ਉਸ ਵੇਲੇ ਸਦਾ ਉਸ ਸੈਨਾ ਦੇ ਵਿੱਚ ਦਸਤਾਰ ਸਜਾਉਂਦਾ ਸੀ। ਕੋਹਿਨੂਰ ਹੀਰਾ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਲਿਆ ਕੇ ਆਂਦਾ, ਤੇ ਉਹ ਹੀਰਾ ਕੋਹਿਨੂਰ ਦਾ ਜਿਹੜਾ ਕਿ ਹੁਣ ਕੁਈਨ ਐਲਿਜ਼ਾਬੈਥ ਦੇ ਤਾਜ ਦੇ ਵਿੱਚ ਹੈ, ਉਹ ਉਹਨੇ ਆਪਣੇ ਦਸਤਾਰ ਤੇ ਨਹੀਂ ਸੀ ਸਜਾਇਆ, ਕਿਉਂਕਿ ਜਿਵੇਂ ਰਾਣੀ ਨੇ ਤੇ ਤਾਜ ਤੇ ਜਾਂ ਜਿਹੜੇ ਕੀਮਤੀ ਹੀਰੇ ਹੁੰਦੇ ਸੀ ਪੁਰਾਣੇ ਜ਼ਮਾਨਿਆਂ 'ਚ, ਉਹ ਜ਼ਿਆਦਾ
ਦਸਤਾਰ ਪਗੜੀ ਤੇ ਜਾਂ ਸਿਰ ਤੇ ਸਜਾਏ ਜਾਂਦੇ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਹ ਡੌਲੇ ਤੇ ਬੱਧਾ ਸੀ ਤੇ ਉਹਦੇ ਤੇ ਅੰਗਰੇਜ਼ਾਂ ਨੇ ਜਾਂ ਕਿਸੇ ਲੋਕਾਂ ਨੇ ਜਦੋਂ ਇਤਰਾਜ਼ ਕੀਤਾ ਵੀ ਇਹ ਇੰਨਾ ਕੀਮਤੀ ਹੀਰਾ ਹੈ ਤੇ ਇੱਥੇ ਸਿਰ ਤੇ ਚਾਹੀਦਾ, ਉਹ ਕਹਿੰਦਾ ਜੀ ਦਸਤਾਰ ਤੋਂ ਕਿੰਨੀ ਵੀ ਕੀਮਤ ਉਹ ਹੈ, ਲੇਕਿਨ ਇਹਦੀ ਕੀਮਤ ਮੇਰੇ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਦਸਤਾਰ ਤੋਂ ਵੱਧ ਨਹੀਂ ਹੋ ਸਕਦੀ। ਤੇ ਬਾਕੀ ਇਹ ਹੈ ਕਿ ਜਿਹੜੇ ਹੀਰੇ ਨੇ ਇਹ ਤਾਂ ਜਿਹਦੇ ਕੋਲ ਬਲ ਹੈ, ਤਾਕਤ ਹੈ, ਉਹਦੇ ਕੋਲ ਹੀ ਜਾਂਦੇ। ਤੇ ਇਸ ਕਰਕੇ ਜਿਹੜਾ ਇਹਨੂੰ ਮੈਂ ਇਹ ਡੌਲੇ ਤੇ ਹੀ ਬਾਂਹ ਤੇ ਹੀ ਸਜਾਇਆ। ਗੁਰਬਾਣੀ ਦੇ ਵਿੱਚ ਦਸਤਾਰ, ਦਮਾਲੜਾ, ਪਗੜੀ, ਪੱਗ ਕੁਝ ਸ਼ਬਦ ਅਸੀਂ ਉੱਥੋਂ ਨੋਟ ਕੀਤੇ ਨੇ। ਨਾਪਾਕ ਪਾਕ ਹਰ ਹਦੂਰ ਹਦੀਸਾ ਸਾਬਤ ਸੂਰਤ ਦਸਤਾਰ ਸਿਆ, ਹੋਂ ਗੁਆਮੀ ਹੋਂ ਗੁਸਾਈ ਕਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ। खूब तेरी पगड़ी मीठे तेरे बोल, फरीदा मैं भुलावा पग दा मत मैली हो जा, जे सिर रच रच बांधत भाग। होर भी शब्दां दे विच दस्तार दा वर्णन आया। ते हुण बलदेव सिंह जी एक दस्तार दी सिफत दे विच इन्हां दे रिश्तेदार ने जिन्हां लिखिया कि एक थोड़ी कविता पढ़नगे क्योंकि ये कवि भी ने ते लिखते भी ने, सो इस करके इन्हां जिहड़ा इन्हां दा सिर है इन्हां नूं ਇਹ ਤੁਹਾਨੂੰ ਸੁਣਾਵਾਂਗੇ। ਹਾਂਜੀ, ਬਲਦੇਵ ਸਿੰਘ ਜੀ। ਡਾਕਟਰ ਇੰਦਰਜੀਤ ਸਿੰਘ ਵਾਸੂ ਨੇ ਇਹ ਕਵੀ ਵੀ ਨੇ, ਐਕਚੁਅਲੀ ਇਹ ਪ੍ਰਿੰਸੀਪਲ ਰਿਟਾਇਰ ਹੋਏ ਸੀਗੇ, ਕਾਲਜ ਹੈ ਮੇਰੇ ਖਿਆਲ ਪੰਜਟਾ ਹੈ ਫਗਵਾੜੇ ਦੇ ਕੋਲੇ, ਤੇ ਉਹਨਾਂ ਦੀ ਇਹ ਦਸਤਾਰ ਦੀ ਮਹੱਤਤਾ ਬਾਰੇ ਇੱਕ ਕਵਿਤਾ ਹੈ ਜਿਹੜੀ ਮੈਂ ਥੋੜੀ ਬੋਲ ਕੇ ਸੁਣਾਉਣਾ ਵਾ। ਡਾਕਟਰ ਸਾਹਿਬ ਨੇ, ਡਾਕਟਰ ਕਾਬਲ ਸਿੰਘ ਨੇ ਮੇਰੀ ਡਿਊਟੀ ਲਾਈ ਕਵਿਤਾ ਬੋਲਣ ਦੀ। ਸਾਬਤ ਸੂਰਤ ਸੋਹਣੀ ਬਖਸ਼ ਦਿੱਤੀ, ਸਾਬਤ ਸੂਰਤ ਸੋਹਣੀ ਬਖਸ਼ ਦਿੱਤੀ, ਆਪ ਗੁਰੂਆਂ ਨੇ ਸਾਬਤ ਕਿਰਦਾਰ ਵਿੱਚੋਂ, ਸਿੱਖੀ ਚਮਕਦੀ ਤੇਰੀ ਨੁਹਾਰ ਵਿੱਚੋਂ, ਸਿੱਖੀ ਬੋਲਦੀ ਤੇਰੀ ਦਸਤਾਰ ਵਿੱਚੋਂ। ਦਸਤਾਰ ਬਖਸ਼ਦੀ ਰੂਹ ਦੀ ਪਾਤਸ਼ਾਹੀ, ਦਸਤਾਰ ਬਖਸ਼ਦੀ ਰੂਹ ਦੀ ਪਾਤਸ਼ਾਹੀ, ਜਲਵਾ ਇਸ ਵਿੱਚ ਸ਼ਾਹਾਂ ਦੇ ਤਾਜ ਦਾ ਏ, ਇਹ ਤੋਹਫਾ ਏ ਸ਼ਾਹਾਂ ਦੇ ਸ਼ਹਿਨਸ਼ਾਹ ਦਾ, ਇਹ ਤੋਹਫਾ ਏ ਸ਼ਾਹਾਂ ਦੇ ਸ਼ਹਿਨਸ਼ਾਹ ਦਾ, ਇਹ ਦਾਨ ਗਰੀਬ ਨਿਵਾਜ ਦਾ ਏ। ਭਗਤੀ ਸ਼ਕਤੀ ਦਾ ਬਣੀ ਹੈ ਇਹ ਸੰਗਮ, ਭਗਤੀ ਸ਼ਕਤੀ ਦਾ ਬਣੀ ਹੈ ਇਹ ਸੰਗਮ, ਰੂਪ ਇਹ ਯੋਗ ਤੇ ਰਾਜ ਦਾ ਏ, ਇਹ ਵੇਸ ਹੈ ਸੂਰਮੇ ਤੇ ਫਕਰਾਂ ਦਾ, ਇਹ ਵੇਸ ਹੈ ਸੂਰਮੇ ਤੇ ਫਕਰਾਂ ਦਾ, ਇਹ ਤੇਜ ਅਨੋਖਾ ਸਿਰ ਤਾਜ ਦਾ ਏ। ਹੱਕ ਸੱਚ ਨਿਆਂ ਦੀ ਇਹ ਜ਼ਾਮਨ, ਹੱਕ ਸੱਚ ਨਿਆਂ ਦੀ ਇਹ ਜ਼ਾਮਨ, ਸਾਫ ਗੋਈ ਦੀ ਅਲੰਬਰਦਾਰ ਹੈ ਇਹ ਪੱਗ ਫਕੀਰਾਂ ਦਾ ਮਰਤਬਾ ਹੈ, ਇਹ ਪੱਗ ਫਕੀਰਾਂ ਦਾ ਮਰਤਬਾ ਹੈ, ਅਤੇ ਸਿੰਘਾਂ ਦਾ ਸੁੱਚਾ ਸ਼ਿੰਗਾਰ ਹੈ ਇਹ, ਅਤੇ ਸਿੰਘਾਂ ਦਾ ਸੁੱਚਾ ਸ਼ਿੰਗਾਰ ਹੈ ਇਹ। ਡਾਕਟਰ ਸਾਹਿਬ। ਹਾਂਜੀ, ਇਸ ਤੋਂ ਅੱਗੇ ਜਿਹੜਾ ਜੀ ਅਸੀਂ ਥੋੜੀ ਗੱਲ ਕਰਾਂਗੇ ਕਿ ਜਦੋਂ ਤੋਂ ਸ਼ੁਰੂ ਤੋਂ ਲੈ ਕੇ ਇਹਦੀ ਵਿਰੋਧਤਾ ਵੀ ਬਹੁਤ ਹੋਈ ਤੇ ਸਿੱਖਾਂ ਨੂੰ ਬਹੁਤ ਹੀ ਸੰਘਰਸ਼ ਕਰਨੇ ਪਏ। ਮੁਗਲ ਰਾਜ ਵਿੱਚ ਮੈਂ ਅੱਗੇ ਵੀ ਕਿਹਾ ਸੀ ਕਿ ਮੁਸਲਮਾਨਾਂ ਤੋਂ ਬਿਨਾਂ ਸਭ ਨੂੰ ਮਨਾਹੀ ਸੀ। ਗੁਰੂ ਸਾਹਿਬ ਨੇ, ਛੇਵੇਂ ਪਾਤਸ਼ਾਹ ਨੇ ਪਹਿਲਾਂ ਵੀ ਦਸਤਾਰ ਸਾਰੇ ਗੁਰੂ ਸਾਹਿਬ ਜਿਵੇਂ ਮੈਂ ਕਿਹਾ ਸੀ ਸਜਾਉਂਦੇ ਸਨ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਦਸਤਾਰ ਦਾ ਹੁਕਮ ਦੇ ਕੇ ਉਸ ਦੇ ਵਿੱਚ ਬਰਾਬਰੀ ਦਾ ਸਬਕ ਦੇ ਤੌਰ ਤੇ ਦਸਤਾਰ, ਸ਼ਸਤਰ ਤੇ ਘੋੜੇ ਸਵਾਰੀ, ਉਹਨਾਂ ਦਾ ਜਿਹੜਾ ਪਿੱਛੇ ਸੋਚਣੀ ਇਹ ਸੀ ਕਿ ਭੈ ਕਾਹੂ ਕੋ ਦੇਤ ਨਾਹੀਂ, ਨੈ ਪੈ ਮਾਨਤ ਆਨ। ਗੁਰੂ ਤੇਗ ਬਹਾਦਰ ਜੀ ਦਾ ਇਹ ਵਾਕ ਹੈ, ਫਰਮਾਨ ਹੈ।
ਇੱਕ ਟਾਈਮ ਅੰਗਰੇਜ਼ ਜਿਹੜੀ ਸੀ ਉਹ ਲੜਾਈ ਦੇ ਵਿੱਚ ਇੱਕ ਵਿਸਟ ਜਿਹਨੇ ਲਿਖੀ ਆ ਉਹਨਾਂ ਲਿਖਿਆ ਕਿ ਉਹ ਉੱਥੇ ਗਏ ਸੀ ਉਹ ਮੇਰੇ ਖਿਆਲ ਹੈਗੇ ਨੇ ਸਰੂਪ ਸਿੰਘ ਅਲਾਗਰਾ ਨੇ ਲਿਖਿਆ ਵਰਣਨ ਕੀਤਾ ਹੈ ਕਿ ਇੱਕ ਮਿਊਜ਼ੀਅਮ ਦੇ ਵਿੱਚ ਗਏ ਤੇ ਉੱਥੇ ਜਿਹੜੀ ਤਸਵੀਰ ਸੀ ਗੋਰਿਆਂ ਦੇ ਸਿਰ ਤੇ ਲੋਹ ਟੋਪ ਪਾਏ ਸੀ ਜਾਂ ਹੈਲਮਟ ਜਿਹਨੂੰ ਆਪਾਂ ਕਹਿੰਦੇ ਆ ਤੇ ਸਿੱਖਾਂ ਦੇ ਸਿਰ ਤੇ ਪਗੜੀਆਂ ਬੱਧੀਆਂ ਸੀ। ਉਹਦੇ ਪਹੁੰਚਣ ਤੇ ਉਹਦੇ ਪੁੱਛਣ ਤੇ ਉਹ ਜਿਹੜਾ ਉਹਦਾ ਮਿਊਜ਼ੀਅਮ ਦਾ ਇੰਚਾਰਜ ਸੀ ਉਹਨੇ ਕਿਹਾ ਜੀ ਕਿ ਇਹ ਲੜਾਈ ਦੇ ਵਿੱਚ ਇੱਕ ਅੰਗਰੇਜ਼ਾਂ ਨੇ ਪਗੜੀ ਮਨਾ ਕਰਕੇ ਲੋਹ ਟੋਪ ਪਾਉਣ ਦੀ ਕਿਹਾ ਵੀ ਜ਼ਰੂਰ ਪਾਓ ਸਿੱਖਾਂ ਨੂੰ। ਤੇ ਉਹ ਜੇ ਸਿੱਖਾਂ ਨੇ ਜਦੋਂ ਇਨਕਾਰ ਕੀਤਾ ਤੇ ਉਹਨਾਂ ਕਿਹਾ ਜੀ ਕਿ ਜੇ ਤੁਸੀਂ ਤੁਹਾਡੀ ਮੌਤ ਹੋ ਗਈ ਤੇ ਫਿਰ ਅਸੀਂ ਤੁਹਾਡੀ ਪੈਨਸ਼ਨ ਬੰਦ ਕਰ ਦੇਣੀ ਹੈ। ਸੋ ਸਿੱਖ ਫੌਜੀ ਜਿਹੜੇ ਸਨ ਉਹਨਾਂ ਦਾ ਜਵਾਬ ਫਿਰ ਉਹਨਾਂ ਨੇ ਇਹ ਕਹਿ ਦਿੱਤਾ ਕਿ ਜੇ ਸਿਰ ਵਿੱਚ ਗੋਲੀ ਲੱਗਣ ਨਾਲ ਸਾਡੀ ਮੌਤ ਹੋਵੇ ਤੇ ਅਸੀਂ ਉਹਨਾਂ ਨੇ ਪੈਨਸ਼ਨ ਨਹੀਂ ਲਾਵਾਂਗੇ। ਇਹ ਉਹਨਾਂ ਨੇ ਲਿਖ ਕੇ ਸਿੱਖਾਂ ਨੂੰ ਨੇ ਉਹਨਾਂ ਨੂੰ ਗਵਰਨਮੈਂਟ ਨੂੰ ਦੇ ਦਿੱਤਾ ਸੀ। ਸੋ ਇਹ ਆ ਇੰਪੋਰਟੈਂਟ ਸੀ ਇੱਥੋਂ ਤੱਕ ਸਿੱਖਾਂ ਦੇ ਦਸਤਾਰ ਦੀ ਸਿੱਖਾਂ ਵਾਸਤੇ। ਬਾਬਾ ਖੜਕ ਸਿੰਘ ਤੇ ਕੈਦੀਆਂ ਨੂੰ ਦਸਤਾਰ ਦੀ ਮਨਾਹੀ ਹੋਈ ਜਦੋਂ ਉਹਨਾਂ ਨੂੰ ਅੰਗਰੇਜ਼ਾਂ ਨੇ ਕੈਦ ਕੀਤਾ। 5 ਸਾਲ ਉਸ ਸੰਘਰਸ਼ ਦੇ ਵਿੱਚ ਸਿਰਫ ਕਚਹਿਰਾ ਪਾ ਕੇ ਰਹੇ। ਉਹਨਾਂ ਕਿਹਾ ਕਿ ਜੇ ਮੈਨੂੰ ਦਸਤਾਰ ਦੀ ਮਨਾਹੀ ਆ ਤੇ ਮੈਂ ਕੋਈ ਕੱਪੜਾ ਹੋਰ ਵੀ ਨਹੀਂ ਪਹਿਨਣਾ। ਇਹ ਕਿਉਂਕਿ ਉਹ ਕਾਲੀ ਰੰਗ ਦੀ ਦਸਤਾਰ ਸਜਾਉਂਦੇ ਸੀ ਤੇ ਕਾਲੇ ਰੰਗ ਦਾ ਜਿਹੜਾ ਕੱਪੜਾ ਸੀ ਉਹ ਇੱਕ ਬੜਾ ਵੱਡਾ ਵਿਰੋਧ ਚਿੰਨ੍ਹ ਬਣ ਗਿਆ ਉਸ ਆਜ਼ਾਦੀ ਦੇ ਜੰਗ ਦੇ ਵਿੱਚ। ਬਲਦੇਵ ਸਿੰਘ ਜੀ ਤੁਹਾਨੂੰ ਛੋਟੀ ਜਿਹੀ ਉਦਾਹਰਨ ਦੱਸਣਗੇ ਕਿ ਇਹਨਾਂ ਦੇ ਆਪਣੇ ਪਰਿਵਾਰ ਦੇ ਵਿੱਚ ਵੀ ਇਹਨਾਂ ਨੇ ਕਿਸ ਤਰ੍ਹਾਂ ਉਸ ਟਾਈਮ ਤੇ ਵਿਰੋਧ ਕੀਤਾ ਇਹਨਾਂ ਦੇ ਪਰਿਵਾਰ ਨੇ। ਹਾਂਜੀ ਬਲਦੇਵ ਸਿੰਘ। ਉਹ ਇਸ ਤਰ੍ਹਾਂ ਸੀ ਕਿ ਮੇਰੇ ਖੁਦ ਦੇ ਮਾਤਾ ਪਿਤਾ ਇਹ ਦੱਸਦੇ ਸੀਗੇ ਕਿ ਜੋ ਮੇਰੇ ਨਾਨਾ ਜੀ ਸੀਗੇ ਉਹ ਗੁਰਦੁਆਰਾ ਸੁਧਾਰ ਲਹਿਰ ਜਾਂ ਸਿੰਘ ਸਭਾ ਲਹਿਰ ਦੇ ਵਿੱਚ ਦੇ ਮੋਢੀਆਂ ਵਿੱਚੋਂ ਸੀਗੇ ਤੇ ਉਹਨਾਂ ਨੇ ਸਾਰੇ ਪਰਿਵਾਰਾਂ ਦੇ ਵਿੱਚ ਆਪਣੇ ਜਿਹੜੇ ਵੀ ਸੀ ਤੇ ਬਾਕੀ ਵੀ ਸਮਾਜ ਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਸਾਰੇ ਇਹ ਪ੍ਰੋਟੈਸਟ ਵਜੋਂ ਕਾਲੀਆਂ ਪੱਗਾਂ ਬੰਨਣ ਤੇ ਜਿਹੜੀਆਂ ਔਰਤਾਂ ਨੇ ਉਹ ਕਾਲੇ ਦੁਪੱਟੇ ਲੈਣ ਤੇ ਕਈ ਵਾਰੀ ਦੂਜੇ ਕੱਪੜੇ ਵੀ ਜਿਹੜੇ ਉਹ ਕਾਲੇ ਪਾਉਂਦੇ ਸੀਗੇ। ਇਸੇ ਤਰ੍ਹਾਂ ਉਹਨਾਂ ਨੇ ਖੁਦ ਐਕਚੁਅਲੀ ਉਹਨਾਂ ਦੀ ਜਦੋਂ ਮੈਰਿਜ ਹੋਈ ਸ਼ਾਦੀ ਹੋਈ 1932 ਦੇ ਵਿੱਚ ਮੇਰੇ ਮਾਤਾ ਪਿਤਾ ਦੀ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੀ ਸਾਰੀ ਬਰਾਤ ਸੀਗੀ ਜਿੰਨੇ ਵੀ ਮਰਦ ਲੋਕ ਸੀਗੇ ਤੇ ਉਹਨਾਂ ਦੇ ਪੱਗਾਂ ਕਾਲੀਆਂ ਬੰਨੀਆਂ ਹੋਈਆਂ ਸੀਗੀਆਂ, ਔਰਤਾਂ ਦੇ ਕਾਲੀਆਂ ਚੁੰਨੀਆਂ ਲਈਆਂ ਸੀਗੀਆਂ। ਇਸੇ ਤਰ੍ਹਾਂ ਹੀ ਮੇਲੀਆਂ ਦੇ ਵਿੱਚੋਂ ਵੀ ਸਾਰਿਆਂ ਨੇ ਕਾਲੇ ਇਸ ਤਰ੍ਹਾਂ ਦੇ ਪੱਗਾਂ ਤੇ ਚੁੰਨੀਆਂ ਲਈਆਂ ਸੀ। ਹੋਰ ਤਾਂ ਹੋਰ ਜਿਹੜੇ ਘੋੜਿਆਂ ਦੇ ਉੱਤੇ ਬਰਾਤ ਆਈ ਸੀਗੀ ਉਹ ਉਹਨਾਂ ਦੇ ਉੱਤੇ ਜਿਹੜੇ ਕਾਠੀਆਂ ਤੇ ਉਹ ਵੀ ਕਾਲੇ ਖੇਸ ਵਗੈਰਾ ਪਾਏ ਹੋਏ ਸੀਗੇ। ਇਸ ਤਰ੍ਹਾਂ ਮਤਲਬ ਇੱਕ ਖੁਸ਼ੀ ਦਾ ਭਾਵੇਂ ਮੌਕਾ ਸੀਗਾ ਪਰ ਉਸ ਟਾਈਮ ਦੇ ਉੱਤੇ ਜਿਹੜਾ ਕਾਲਾ ਰੰਗ ਸੀ ਇੱਕ ਪ੍ਰੋਟੈਸਟ ਵਜੋਂ ਜਾਂ ਡਿਫਾਈਂਸ ਵਜੋਂ ਜਿਹੜਾ ਉਹ ਵਰਤਿਆ ਜਾਣ ਲੱਗਾ ਸੀ ਕਾਫੀ ਸਾਲ। ਤੇ ਇਸ ਪਰਪਸ ਲਈ ਚਾਹੇ ਖੁਸ਼ੀ ਦਾ ਮੌਕਾ ਹੁੰਦਾ ਸੀਗਾ ਪਰ ਉਹ ਆਪਣਾ ਪ੍ਰੋਟੈਸਟ ਜ਼ਾਹਰ ਕਰਨ ਤੋਂ ਸਰਕਾਰ ਪ੍ਰਤੀ ਜਿਹੜੇ ਸੀਗੇ ਉਹਨਾਂ ਜਿਹੜਾ ਜਜ਼ਬਾ ਸੀ ਸਿੱਖਾਂ ਦੇ ਵਿੱਚ ਉਹ ਬਹੁਤ ਅੱਗੇ ਸੀ, ਕਾਫੀ ਜੋਸ਼ ਸੀ ਇਸ ਪ੍ਰਤੀ। ਹਾਂਜੀ। ਬਾਕੀ ਇਹਦੇ ਵਿੱਚ ਜਿਹੜਾ ਉਸ ਤੋਂ ਬਾਅਦ ਹੈ ਜੀ ਕਿ ਆਜ਼ਾਦੀ ਤੋਂ ਬਾਅਦ ਵੀ ਆਪ ਸਾਹਿਬ ਜਿਹੜੇ ਪੰਜਾਬ ਦੇ ਵਿੱਚ ਕਈ ਵਾਰੀ ਕੁਛ ਜਦੋਂ ਕੁਛ ਸਟਰਗਲ ਚੱਲ ਰਹੀਆਂ ਸੀ ਤੇ ਇਹ ਵੀ ਨਾਅਰੇ ਲਾਏ ਗਏ ਕਿ ਪੱਗ ਸਿਰ ਤੇ ਰਹਿਣ ਨਹੀਂ ਦੇਣੀ ਇਹੋ ਜਿਹੇ। ਬਾਕੀ 1984 ਦੀਆਂ ਘਟਨਾਵਾਂ ਦਾ ਤੇ ਆਪਾਂ ਸਾਰਿਆਂ ਨੂੰ ਪਤਾ ਕਿ ਪਗੜੀ ਦਸਤਾਰ ਸਾਰੀ ਸਿੱਖਾਂ ਨੂੰ ਤੇ ਕਿਵੇਂ ਉਹਨਾਂ ਨੂੰ ਹੋਇਆ ਜੋ ਆਪਾਂ ਨੂੰ ਡਿਟੇਲ ਦਾ ਟਾਈਮ ਤੇ ਨਹੀਂ ਹੈਗਾ। ਬਾਕੀ ਫਿਲਮਾਂ ਦੇ ਵਿੱਚ ਵੀ ਸਿੱਖਾਂ ਨੂੰ ਜਿਹੜੇ ਕਿਰਦਾਰ ਸੀ ਨਾ ਹੁਣ ਕੁਛ ਥੋੜਾ ਜਿਹੀ ਸੁਧਾਰ ਇਸ ਚੀਜ਼ 'ਚ ਵੇਖਣ ਨੂੰ ਮਿਲਦਾ। ਉਹ ਵੀ ਹਾਸੋ ਹੀ ਨੇ ਜਾਂ ਇਸ ਤਰ੍ਹਾਂ ਦੇ ਕਿਰਦਾਰ ਦਿੱਤੇ ਵਿਖਾਏ ਜਾਂਦੇ ਸੀ ਕਿ ਜਿਹਦੇ ਨਾਲ ਉਹ ਇੱਕ ਕਿਸਮ ਦਾ ਨੈਗੇਟਿਵ ਜਾਂ ਤੁਸੀਂ ਉਹੋ ਜਿਹੀ ਚੀਜ਼ ਦਿਖਾਈ ਜਾਂਦੀ ਸੀ। ਸੋ ਇਹ ਵੀ ਇੱਕ ਵਿਰੋਧ ਦਾ ਚਿੰਨ੍ਹ ਸੀ। ਇਹ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਸੀ ਤੇ ਬਾਹਰ ਜਿਹੜੇ ਮੁਲਕਾਂ ਦੇ ਵਿੱਚ ਕੁਝ ਐਗਜ਼ਾਮਪਲ ਨੇ। 1972 ਦੇ ਵਿੱਚ 2 ਪਹੀਆ ਵਾਹਨ ਤੇ ਲੋਹ ਟੋਪ ਦੀ ਜ਼ਰੂਰੀ ਕਰ ਦਿੱਤਾ। ਸਿੱਖਾਂ ਨੇ ਜਦੋਂ ਕਿਹਾ ਕਿ ਨਹੀਂ
ਤੇ ਉਸ ਦੇ ਵਿੱਚ ਫਿਰ ਕਾਫੀ ਉੱਥੋਂ ਦੇ ਕੁਝ MPs ਨੇ ਵੀ ਸਪੋਰਟ ਕੀਤਾ ਤੇ ਪੰਜਾਬ ਤੋਂ ਵੀ ਕੁਝ ਮੇਰੇ ਖਿਆਲ ਉਸ ਵੇਲੇ ਦੇ ਚੀਫ ਮਿਨਿਸਟਰ ਤੇ SGPC ਦੇ ਉੱਥੋਂ ਹੀ ਆਏ। ਉਹ ਫਿਰ ਕਾਫੀ ਚਿਰ ਦੇ ਬਾਅਦ ਇਹਦਾ ਫਿਰ ਅਲਾਉ ਕਰ ਦਿੱਤਾ ਗਿਆ। 1977-78 ਦੇ ਵਿੱਚ ਇੱਕ 6ਵੀਂ ਕਲਾਸ ਦੇ ਬੱਚੇ ਨੂੰ ਕਲਾਸ ਦੇ ਵਿੱਚੋਂ ਕੱਢ ਦਿੱਤਾ ਗਿਆ ਕਿਉਂਕਿ ਉਹਨੇ ਸਿਰ ਤੇ ਦਸਤਾਰ ਸੀ। ਬੱਚੇ ਨੇ ਇੱਕ ਬੜਾ ਹੀ ਵਧੀਆ ਤਰੀਕਾ ਅਪਣਾਇਆ। ਉਹਨੇ ਆਪਣੇ ਅੱਗੇ ਇੱਕ ਬੋਰਡ ਲਿਖ ਕੇ ਜਿਵੇਂ ਵੀ ਸੀ ਤੇ ਉਹ ਖੜਾ ਹੋ ਗਿਆ ਸਕੂਲ ਦੇ ਬਾਹਰ ਤੇ ਸਾਰੀ ਰਾਤ ਉੱਥੇ ਖੜਾ ਰਿਹਾ ਵੀ ਉਹਨੂੰ ਕੀ ਕਾਰਨ ਸੀ। ਅਗਲੇ ਦਿਨ ਉਹ ਡਿਪਾਰਟਮੈਂਟ ਦੇ ਵਿੱਚੋਂ ਕੋਈ ਆ ਕੇ ਉਹਨਾਂ ਨੇ ਆ ਕੇ ਬੱਚੇ ਨੂੰ ਸਕੂਲ ਦੇ ਵਿੱਚ ਦੁਬਾਰਾ ਲੈ ਕੇ ਗਏ ਔਰ ਉਹਨਾਂ ਨੂੰ ਉਸ ਤੋਂ ਬਾਅਦ ਫਿਰ ਬੱਚਿਆਂ ਨੂੰ ਪਰਮਿਸ਼ਨ ਮਿਲ ਗਈ ਦਸਤਾਰ। ਕੈਨੇਡਾ ਦੇ ਵਿੱਚ ਆਪਾਂ ਨੂੰ ਕਾਫੀ ਲੋਕਾਂ ਨੂੰ ਪਤਾ RCMP ਦੇ ਵਿੱਚ ਬਲਤੇਜ ਸਿੰਘ ਦਾ ਸੀ, ਉਹਨਾਂ ਨੂੰ ਕਾਫੀ ਸਟਰਗਲ ਕਰਨੀ ਪਈ। ਸਿੱਖ ਲੀਜਨ ਦੇ ਵਿੱਚ ਵੀ ਸਿੱਖਾਂ ਨੂੰ ਪਗੜੀ ਤੋਂ ਨਾ ਕੀਤੀ ਗਈ ਤੇ ਉਹਦੇ ਵਿੱਚ ਵੀ ਕਾਫੀ ਸਟਰਗਲ ਕਰਨੀ ਪਈ। ਫਿਰ ਇਸੇ ਤਰ੍ਹਾਂ ਫੌਜ, ਬੱਸਾਂ ਦੇ ਜਿਹੜੇ ਡਰਾਈਵਰ ਸਨ, ਫਿਰ 2 ਪਹੀਆ ਵਾਹਨ ਜਿਹੜੇ ਮੋਟਰਸਾਈਕਲ ਸਕੂਲ ਸੀ ਉਹਨਾਂ ਦੇ ਵਿੱਚ ਵੀ ਤੇ ਕਾਫੀ ਸਟਰਗਲ ਦੇ ਬਾਅਦ ਜਦੋਜਹਿਦ ਦੇ ਬਾਅਦ ਫਿਰ ਪ੍ਰਵਾਨਗੀ ਮਿਲੀ। ਅਨਫੋਰਚੂਨੇਟਲੀ ਕੁਬੈਕ ਦੇ ਵਿੱਚ ਅਜੇ ਵੀ ਇਹਨਾਂ ਚੀਜ਼ਾਂ ਦੀ ਦਸਤਾਰ ਜਿਹੜੀ ਹੈ ਦਫ਼ਤਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਮਨਾਈ ਹੈ। ਉਹਦਾ ਕੇਸ ਜਿਹੜਾ ਸੁਪਰੀਮ ਕੋਰਟ ਚੱਲ ਰਿਹਾ ਤੇ ਉਹ ਜੋ ਵੀ ਫੈਸਲਾ ਹੋਊ ਫਿਰ ਉਸ ਹਿਸਾਬ ਦਾ। ਅਮਰੀਕਾ ਦੇ ਵਿੱਚ ਵੀ ਫੌਜ ਦੇ ਵਿੱਚ ਮਨਾ ਕੀਤੀ ਗਈ। ਉਹਦਾ ਕਾਰਨ ਇਹ ਦਿੱਤਾ ਗਿਆ ਕਿ ਤੁਸੀਂ ਜੇ ਗੈਸ ਮਾਸਕ ਦੇ ਪਾਓ ਤੇ ਪਗੜੀ ਦੇ ਕੇਸਾਂ ਦੇ ਨਾਲ ਤੇ ਉਹ ਕੰਮ ਨਹੀਂ ਕਰੂਗਾ ਪ੍ਰੋਪਰਲੀ। ਉਸ ਦਾ ਫਿਰ ਕੁਝ ਸਿੱਖਾਂ ਨੇ ਉਹ ਡੈਮੋਨਸਟ੍ਰੇਟ ਕੀਤਾ ਦੌੜ ਦੇ ਲਾ ਕੇ ਸਾਰੇ ਕੰਮ ਕਰਕੇ ਕਿ ਇਹਦਾ ਕੋਈ ਅਸਰ ਨਹੀਂ ਹੁੰਦਾ। ਔਰ ਹੁਣੇ ਮੈਂ ਇੱਕ ਦਿਨ ਪੜ੍ਹਿਆ ਕਿ ਠਾਠਾ ਸਾਹਿਬ ਜਿਹੜੇ ਨੇ, ਸਿੱਖ ਠਾਠਾ, ਇਹ UK ਦੇ ਵਿੱਚ ਅਪਰੂਵ ਹੋ ਗਿਆ ਹੈ ਕਿ ਜਿਹੜੇ ਆ ਕੋਵਿਡ ਵਗੈਰਾ ਤੋਂ ਮਾਸਕ ਪਾਉਣ ਦੇ ਤੁਸੀਂ ਠਾਠਾ ਬੰਨ੍ਹ ਕੇ ਤੇ ਉੱਤੋਂ ਦੀ ਮਾਸਕ ਪਾ ਕੇ ਉਹ ਰਿਸਰਚ ਕੀਤੀ ਗਈ ਆ। ਉਹਦੇ ਮੇਰੇ ਖਿਆਲ ਕਾਫੀ ਉਹ ਆਪਣੇ ਡਾਕਟਰ ਨੇ ਸਿੱਖ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਉਹਨਾਂ ਨੇ ਦਿਖਾਇਆ ਕਿ ਇਹਦੇ ਵਿੱਚ ਜਿਹੜੀ ਇਫੈਕਟਿਵਨੈਸ ਆ ਉਹਦੀ ਮਾਸਕ ਦੀ ਘਟਦੀ ਨਹੀਂ ਜੇ ਤੁਸੀਂ ਠਾਠਾ ਮੰਨ ਲਓ। ਉਹਦਾ ਨਾਂ ਹੀ ਲਿਖਿਆ ਸਿੱਖ ਠਾਠਾ ਅਪਰੂਵਡ ਐਜ਼ ਏ ਪਾਰਟ ਆਫ ਦੀ ਕੋਵਿਡ। ਤੇ 2 ਪਹੀਆ ਵਾਹਨ ਦੀ ਅਮਰੀਕਾ 'ਚ ਵੀ ਪ੍ਰੋਬਲਮ ਆਈ, ਉਹ ਵੀ ਫਿਰ ਕਾਫੀ ਸਟਰਗਲ ਦੇ ਬਾਅਦ ਉਹ ਪ੍ਰਵਾਨਗੀ ਮਿਲੀ ਹੈ। ਫਰਾਂਸ ਦੇ ਵਿੱਚ ਅਜੇ ਵੀ ਮਨਾਈ ਹੈ ਜਿੱਥੋਂ ਤੱਕ ਸਾਨੂੰ ਪਤਾ। ਉਸ ਇਸ ਚੀਜ਼ ਦੀ ਕੋਈ ਸੰਘਰਸ਼ ਬਰੀਫਲੀ ਕਿ ਕਿਸ ਤਰ੍ਹਾਂ ਹੋਏ, ਬਹੁਤ ਲੰਮੀ ਚੌੜੀ ਡਿਟੇਲ ਆ, ਸਾਰਾ ਤਾਂ ਇੰਨੇ ਟਾਈਮ 'ਚ ਕੀਤਾ ਨਹੀਂ ਜਾ ਸਕਦਾ। ਤੇ ਵਰਤਮਾਨ ਸਮਾਜਿਕ ਪੱਖ ਜਿਹੜੇ ਨੇ ਅਸੀਂ ਹੁਣ ਇਹਦੇ ਵਿੱਚ ਆਉਂਦੇ ਹਾਂ। ਕਾਫੀ ਅੱਗੇ ਯੰਗਸਟਰ ਜਾਂ ਜਿਹੜੇ ਲੋਕ ਦਸਤਾਰ ਤੋਂ ਮਨਾ ਜਾਂ ਮੁਨਕਰ ਹੋ ਜਾਂਦੇ ਨੇ ਉਹਦੇ ਕਈ ਕਾਰਨ ਦੱਸੇ ਜਾਂਦੇ ਨੇ। ਸਭ ਤੋਂ ਜਿਹੜਾ ਇੱਕ ਵੱਡਾ ਕਾਰਨ ਦੱਸਿਆ ਜਾਂਦਾ ਵੀ ਭ੍ਰਿਸ਼ਟ ਦਸਤਾਰਧਾਰੀ ਧਾਰਮਿਕ ਰਾਜਸੀ ਆਗੂ ਇਹ ਭ੍ਰਿਸ਼ਟ ਨੇ। ਔਰ ਇਹਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਨਾਂ ਲਿਆ ਜਾਂਦਾ ਉਹ ਤਾਂ ਰਾਜਸੀ ਆਗੂਆਂ ਦਾ ਆਉਂਦਾ। ਲੇਕਿਨ ਧਾਰਮਿਕ ਜਿਹੜੇ ਅਸਥਾਨ ਨੇ ਸਾਡੇ ਜਾਂ ਜਿਹੜੇ ਧਾਰਮਿਕ ਆਗੂ ਵੀ ਨੇ ਉਹ ਵੀ ਭ੍ਰਿਸ਼ਟਾ ਵਾਲੇ ਕੰਮ ਜਿਵੇਂ ਇਲੈਕਸ਼ਨ ਦੇ ਵਿੱਚ ਨਸ਼ੇ, ਪੈਸੇ ਜਾਂ ਬਾਅਦ ਵਿੱਚ ਵੀ ਜਿਹੜੇ ਨੇ ਉਹ ਇਹੋ ਜਿਹੇ ਕੰਮ ਕਰਦੇ ਨੇ। ਸੋ ਇਹ ਇੱਕ ਕਾਰਨ ਦੱਸਿਆ ਜਾਂਦਾ ਹੈ ਕਿ ਖਾਸ ਕਰਕੇ ਜਿੱਥੇ ਉੱਥੇ ਇੰਡੀਆ ਵੀ ਤੇ ਹੁਣ ਇੱਥੇ ਵੀ ਕਿ ਇਹ ਅਸੀਂ ਇਸ ਕਰਕੇ ਦਸਤਾਰ ਨਹੀਂ ਸਜਾਉਣਾ ਚਾਹੁੰਦੇ ਜਾਂ ਰਹਿਤ ਨਹੀਂ ਰੱਖਣਾ ਚਾਹੁੰਦੇ। ਬਾਕੀ ਇਹ ਇੱਕ ਫੈਸ਼ਨ ਵੀ ਆ ਅਨੁਸਾਰ ਹਰ ਵੱਖਰੇ ਰੋਮ ਵਿੱਚ ਰੋਮਨਾਂ ਵਾਂਗ ਵਿਹਾਰ ਕਰੋ, ਡੂਇੰਗ ਰੋਮਨ ਐਜ਼ ਦੀ ਰੋਮਨਸ ਡੂ ਵਾਲਾ ਗੱਲ ਹੋ ਜਾਂਦੀ ਆ ਕਿ ਫੈਸ਼ਨ ਦਾ ਵੀ ਬੜਾ ਵੱਡਾ ਇੱਕ ਹਿੱਸਾ ਹੈ। ਗੈਰ ਸਿੱਖਾਂ ਵਿੱਚ ਦਸਤਾਰ ਬਾਰੇ ਗਿਆਨਤਾ ਤੇ ਫਿਰਕੂਵਾਦ ਕਾਰਨ ਵੀ ਨੇ। ਸਕੂਲਾਂ ਕਾਲਜਾਂ ਵਿੱਚ ਵਿਤਕਰਾ ਹੁੰਦਾ ਹੈ, ਕੰਮ ਮਿਲਣ ਵਿੱਚ ਕਠਿਨਾਈ ਹੁੰਦੀ ਹੈ ਖਾਸ ਕਰਕੇ ਬਾਹਰਲੇ ਮੁਲਕਾਂ 'ਚ।
ਔਰ ਮੈਂ ਆਪਣੇ ਵੀ ਐਕਸਪੀਰੀਅੰਸ ਦੱਸ ਸਕਦਾ ਹਾਂ ਕਿ ਮੈਨੂੰ ਵੀ ਕਿਸੇ ਨੇ ਇਨਡਾਇਰੈਕਟਲੀ ਸੁਜੈਸਟ ਕੀਤਾ ਸੀ ਕਿ ਜੇ ਨੌਕਰੀ ਲੈਣੀ ਹੈ ਤੇ ਤੂੰ ਭਾਈ ਦਸਤਾਰ ਕੋਈ ਇਹ ਕੰਮ ਨਾ ਦਸਤਾਰ ਲਾ ਦੇ ਜਾਂ ਵਾਲ ਕਟਾ। ਬਲਦੇਵ ਸਿੰਘ ਹਰਾਂ ਨੇ ਵੀ ਆਪ ਦੱਸਿਆ ਸੀ। ਬਾਕੀ ਹੈ ਕਿ ਮੇਰੇ ਖਿਆਲ ਹੋਰ ਵੀ ਕਈਆਂ ਨੂੰ ਕਾਫੀ ਇਹ ਕਾਮਨ ਨੌਲੇਜ ਹੈ ਇਹਦੀ ਕੋਈ। ਤੇ ਦੂਸਰੀ ਹੈ ਕਿ ਸਕੂਲਾਂ ਕਾਲਜਾਂ ਵਿੱਚ ਜਦੋਂ ਵਿਤਕਰਾ ਹੁੰਦਾ ਤੇ ਬੱਚਿਆਂ ਦੇ ਵਿੱਚ ਕਈ ਵਾਰੀ ਹੀਨਤਾ ਦੀ ਭਾਵ ਆ ਜਾਂਦੀ ਆ। ਕਈ ਵਾਰੀ ਬੱਚੇ ਤੰਗ ਵੀ ਨਹੀਂ ਕਰਦੇ, ਤੰਗ ਕਰਦੇ ਨੇ। ਸਾਡੇ ਮੇਰੇ ਆਪਣੇ ਬੇਟੇ ਜਦੋਂ ਟੋਰਾਂਟੋ 'ਚ ਆਏ ਸੀ ਤੇ ਉਹਦੇ ਸਿਰ ਤੇ ਦਸਤਾਰ ਸੀ ਤੇ ਉਹ ਕਾਫੀ ਉਹਨੂੰ ਇਹੋ ਜਿਹੀਆਂ ਪ੍ਰੋਬਲਮ ਆਈਆਂ। ਹਿੰਸਾ ਦੀਆਂ ਘਟਨਾਵਾਂ ਯੂਪੀ ਅਮਰੀਕਾ 'ਚ ਜਾਂ ਆਪਾਂ ਦੇਖਿਆ ਕਿ ਕਾਫੀ ਜਗ੍ਹਾ ਇੰਡੀਆ 'ਚ ਵੀ ਹੋਈਆਂ ਨੇ, ਇਸੇ ਕਰਕੇ ਉਹ ਵੀ ਆਪਾਂ ਨੂੰ 84 ਦੇ ਬਾਕੀ ਵੀ ਪਤਾ। ਸੋ ਇਹੋ ਜਿਹੇ ਕੁਝ ਸਮਾਜਿਕ ਪੱਖ ਨੇ ਜਿਹੜੇ ਕਿ ਕਾਫੀ ਇਹ ਪ੍ਰਭਾਵਿਤ ਕਰ ਰਹੇ ਨੇ। ਹੁਣ ਇਹਨਾਂ ਦਾ ਕੀ ਹੋ ਸਕਦਾ ਹੈ, ਥੋੜਾ ਜਿਹਾ ਅਸੀਂ ਆਪਣੇ ਵੱਲੋਂ ਕੁਝ ਚੀਜ਼ਾਂ ਹਮਲੇ ਮਾਰਨ ਦੀ ਲੋੜ ਦੇ ਵਿੱਚ ਥੱਲੇ ਲਿਖਿਆ ਹੈ ਵੀ ਸਿੱਖ ਇਤਿਹਾਸ ਜਿਹੜਾ ਉਹਦੇ ਬਾਰੇ ਪ੍ਰਚਾਰ ਹੋਵੇ, ਸਿੱਖ ਇਤਿਹਾਸ ਦਾ, ਗੁਰਬਾਣੀ ਦਾ, ਇੰਟਰਨੈਟ ਤੇ, ਟੀਵੀ ਤੇ, ਫਿਲਮਾਂ 'ਚ, ਨਾਟਕ, ਵਰਕਸ਼ਾਪਾਂ, ਲੇਖ, ਕਿਤਾਬਾਂ ਆਦਿ ਤੇ ਗੁਰਪੁਰਬ, ਨਗਰ ਕੀਰਤਨ, ਇਹ ਕਾਫੀ ਚੀਜ਼ਾਂ ਹੋ ਵੀ ਰਹੀਆਂ ਨੇ। ਲੇਕਿਨ ਇਹ ਹੈ ਕਿ ਹੋਰ ਵੀ ਜੇ ਹੋਵੇ। ਦਸਤਾਰ ਦਿਵਸ ਦੇ ਮੁਕਾਬਲੇ ਵੀ ਹੈ ਨੇ, ਇਨਾਮ ਵੀ ਹੈ ਨੇ ਕਿਤੇ ਕੈਫੀ ਗੁਰਦੁਆਰਾ ਸਾਹਿਬ ਦੇ ਵਿੱਚ, ਜਿਹੜੀ ਕਿ ਬੜੀ ਚੰਗੀ ਗੱਲ ਹੈ। ਤੇ ਕੁਛ ਟੀਵੀ ਦੇ ਪ੍ਰੋਗਰਾਮ ਵੀ ਬਣੇ ਵੀ ਨੇ ਜਾਂ ਮੂਵੀਜ਼ ਵੀ ਇਹੋ ਜਿਹੀਆਂ ਹੁਣ ਥੋੜੀਆਂ ਜਿਹੀਆਂ ਆਈਆਂ ਨੇ ਕਿ ਜਿਨ੍ਹਾਂ ਦੇ ਵਿੱਚ ਹਾਂ ਪੱਖੀ ਜਾਂ ਚੰਗਾ ਚੀਜ਼ ਦਸਤਾਰ ਦੇ ਬਾਰੇ ਜਾਂ ਸਿੱਖਾਂ ਦੇ ਬਾਰੇ ਥੋੜਾ ਜਿਹਾ ਦਿਖਾਉਣ ਦੀ ਕੋਸ਼ਿਸ਼ ਹੋਈ ਹੈ। ਇਹ ਹੋਰ ਵੀ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਇੱਕ ਚੀਜ਼ ਜਿਹੜੀ ਅਸੀਂ ਨੋਟ ਕੀਤੀ ਹੈ ਜਾਂ ਜਿਹੜੇ ਸ਼ਾਇਦ ਸਾਡੇ ਨਾਲ ਸਹਿਮਤ ਹੋਵੇ ਸੰਗਤ ਚੋਂ ਹੀ, ਕਿ ਅਸੀਂ ਆਪਣੇ ਵਿੱਚ ਜੋ ਵੀ ਪ੍ਰਚਾਰ ਕਰਦੇ ਹਾਂ, ਅਸੀਂ ਹੋਰ ਧਰਮਾਂ ਦੇ ਪ੍ਰਚਾਰ ਦੇ ਵਿੱਚ ਹੋਰ ਧਰਮਾਂ ਤੇ ਨਸਲਾਂ ਦੇ ਲੋਕਾਂ ਦੇ ਵਿੱਚ ਪ੍ਰਚਾਰ ਬਹੁਤ ਘੱਟ ਕਰਦੇ। ਸਿੱਖ ਧਰਮ ਕੋਈ ਪਰਿਵਰਤਨ ਨਹੀਂ ਚਾਹੁੰਦਾ, ਲੇਕਿਨ ਸਿੱਖ ਧਰਮ ਦੇ ਕੋਈ ਅਸੀਂ ਇਹੋ ਜਿਹਾ ਨਹੀਂ ਕਿ ਜਿਵੇਂ ਮੁਸਲਿਮ ਜਾਂ ਜਿਵੇਂ ਈਸਾਈ ਧਰਮ ਦੇ ਵਿੱਚ ਹੈ ਕਿ ਧਰਮ ਬਦਲੀ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੇਕਿਨ ਫਿਰ ਵੀ ਹੈ ਕਿ ਅਸੀਂ ਇਸ ਗੱਲ ਤੋਂ ਬਹੁਤ ਪਿੱਛੇ ਹਾਂ, ਜਿੱਥੋਂ ਤੱਕ ਸਾਡਾ ਖਿਆਲ ਹੈ। ਸਾਨੂੰ ਇਹ ਪਤਾ ਲੱਗਾ ਹੈ ਕਿ ਮਲੇਸ਼ੀਆ ਵਗੈਰਾ ਦੇ ਵਿੱਚ, ਉਹਨਾਂ ਕੰਟਰੀ ਦੇ ਵਿੱਚ ਕਾਫੀ ਪ੍ਰਚਾਰ ਕੀਤਾ ਗਿਆ ਤੇ ਸੰਗਤ ਦੇ ਵਿੱਚ ਵੀ ਸ਼ਾਇਦ ਪ੍ਰੋਫੈਸਰ ਮਨਿੰਦਰ ਸਿੰਘ ਹਰਾਂ ਨੂੰ ਉੱਥੇ ਕਹਿੰਦੇ ਰਹੇ ਨੇ, ਉਹਨਾਂ ਨੂੰ ਸ਼ਾਇਦ ਜ਼ਿਆਦਾ ਬਾਅਦ 'ਚ ਚਾਨਣ ਪਾ ਸਕਣ। ਤੇ ਉਹਦੇ ਨਾਲ ਕਾਫੀ ਮਲੇਸ਼ੀਆ 'ਚ ਖਾਸ ਕਰਕੇ ਸੁਣਿਆ ਕਿ ਜਿੰਨੇ ਆਪਣੇ ਪੰਜਾਬ ਤੋਂ ਗਏ ਜਾਂ ਆਪਣੇ ਪੰਜਾਬ ਓਰੀਜੀਨੇਟਡ ਸਿੱਖ ਨੇ, ਉਸ ਤੋਂ ਵੀ ਜ਼ਿਆਦਾ ਜਿਹੜੇ ਨਾ ਉੱਥੋਂ ਹੁਣ ਲੋਕ ਜਿਹੜੇ ਦੂਸਰੇ ਧਰਮਾਂ ਦੇ ਤੇ ਦੂਸਰੇ ਨਸਲਾਂ ਦੇ ਸਿੱਖ ਬਣ ਗਏ। ਹਾਂਜੀ ਡਾਕਟਰ ਸਾਹਿਬ, ਮੈਂ 1 ਮਿੰਟ ਵਿੱਚ ਥੋੜਾ ਇਹਦੇ ਨਾਲ ਹੀ ਰਿਲੇਟਡ ਗੱਲ ਕਰਨੀ ਸੀ। ਗੋ ਹੈਡ। ਹਾਂਜੀ, ਮਤਲਬ ਇਹ ਪ੍ਰਚਾਰ ਬਾਰੇ ਜੋ ਤੁਸੀਂ ਕਹਿੰਦੇ ਆ ਵੀ ਦੂਜੇ ਧਰਮਾਂ ਤੇ ਨਸਲਾਂ ਦੇ ਲੋਕਾਂ ਵਿੱਚ, ਇਹ ਬਹੁਤ ਐਕਚੁਅਲੀ ਇੰਪੋਰਟੈਂਟ ਹੈ, ਖਾਸ ਕਰ ਵਿਦੇਸ਼ਾਂ ਦੇ ਵਿੱਚ। ਮੈਨੂੰ ਯਾਦ ਆ ਵੀ ਜਦੋਂ ਮੈਂ PhD ਕਰਨ ਲਈ ਪਹਿਲੀ ਵਾਰੀ ਜਦੋਂ ਇੱਥੇ ਆਇਆ ਯੂਨੀਵਰਸਿਟੀ ਆਫ ਅਲਬਰਟਾ ਦੇ ਵਿੱਚ, ਤਾਂ ਆਈ ਥਿੰਕ ਐਟ ਦੈਟ ਟਾਈਮ ਆਈ ਵਾਸ ਦਾ ਓਨਲੀ ਟਰਬਨਡ ਪਰਸਨ, ਲਾਈਕ ਮਤਲਬ ਸਿੱਖ ਕਹਿ ਸਕਦੇ ਹਾਂ ਯੂਨੀਵਰਸਿਟੀ 'ਚ, ਮੈਨੂੰ ਇੱਕ ਅੱਧਾ ਸ਼ਾਇਦ ਕੋਈ ਹੋਰ ਹੋਵੇ। ਤਾਂ ਡਿਪਾਰਟਮੈਂਟ ਦੇ ਜਦੋਂ ਮੈਂ ਸੈਮੀਨਾਰ ਦੇਣਾ ਸੀ ਤਾਂ ਮੇਰਾ ਸੁਪਰਵਾਈਜ਼ਰ ਜਿਹੜਾ ਸੀਗਾ ਉਹ ਕਹਿੰਦਾ ਵੀ ਕੈਨ ਯੂ ਗਿਵ ਅ ਸੈਮੀਨਾਰ ਔਨ ਸਿੱਖਿਜ਼ਮ, ਵੀ ਕਿਉਂਕਿ ਮੈਂ ਉਹਨੂੰ ਪਹਿਲਾਂ ਥੋੜਾ ਬਹੁਤਾ ਕਿਹਾ ਸੀਗਾ, ਤਾਂ ਹੀ ਵਾਸ ਵੈਰੀ ਐਕਚੁਅਲੀ ਪਲੀਜ਼ਡ ਵਿਦ ਕਿ ਵੀ ਇਸ ਤਰ੍ਹਾਂ ਜੇ ਸਾਨੂੰ ਦੱਸਿਆ ਜਾਵੇ, ਕਿਉਂਕਿ ਸਾਨੂੰ ਬਹੁਤਾ ਕਿਉਂਕਿ ਬਹੁਤੇ ਬਾਕੀ ਗੋਰੇ ਹੀ ਸੀਗੇ ਸਾਰੇ, ਤੇ ਉਹ ਕਹਿੰਦੇ ਵੀ ਸਾਨੂੰ ਸਿੱਖਿਜ਼ਮ ਬਾਰੇ ਬਹੁਤਾ ਕੁਛ ਨਹੀਂ ਪਤਾ ਹੈਗਾ। ਦੈਟ ਇਜ਼ ਲਾਈਕ ਇਹ 1985 ਦੀ ਗੱਲ ਹੈ ਜੀ, 1985 ਐਡਮਿੰਟਨ ਦੀ ਗੱਲ। ਤਾਂ ਮੈਂ ਫਿਰ ਜੋ ਪਹਿਲਾ ਸੈਮੀਨਾਰ ਆਪਣਾ ਡਿਪਾਰਟਮੈਂਟ ਦੇ ਵਿੱਚ ਦਿੱਤਾ, ਤਾਂ ਮੈਂ ਉਹ ਆਪਣੇ ਸਾਰੇ ਇਹਦੇ ਬਾਰੇ, ਕਿਉਂਕਿ ਮੈਂ ਪੱਗ ਬੰਨ੍ਹਦਾ ਸੀ ਤੇ ਮੈਂ ਸਾਰਾ ਸਿੱਖਿਜ਼ਮ ਬਾਰੇ ਵੀ ਕੀ ਹੈ, ਬੇਸਿਕ ਪ੍ਰਿੰਸੀਪਲਸ ਕੀ ਨੇ, ਉਹ ਦਿੱਤਾ। ਤਾਂ ਬੜੇ ਖੁਸ਼, ਬਾਕੀ ਫੀਡਬੈਕ ਆਇਆ ਤਾਂ ਬੜਾ ਸੋਹਣਾ, ਮੇਰੇ ਕਲਾਸ ਫੈਲੋਜ਼ ਨੇ ਵੀ ਤੇ ਬਾਕੀ ਪ੍ਰੋਫੈਸਰਸ ਨੇ ਬੜਾ ਐਪਰੀਸ਼ੀਏਟ ਕੀਤਾ। ਇਸੇ ਤਰ੍ਹਾਂ ਉਸ ਤੋਂ ਬਾਅਦ ਪਿੱਛੇ ਮੈਂ ਮਿਨਿਸਟਰੀ ਆਫ ਇਨਵਾਇਰਨਮੈਂਟ ਜਾਂ ਅਲਬਰਟਾ ਇਨਵਾਇਰਨਮੈਂਟ 'ਚ ਕੰਮ ਕੀਤਾ, ਰੈਡੀਅਰ ਸੀਗਾ ਮੈਂ। ਜਦੋਂ ਉੱਥੇ ਜੁਆਇਨ ਕੀਤਾ ਤਾਂ 150 ਦੇ ਕਰੀਬ ਕਾਰਪੋਰੇਟ ਆਫਿਸ ਹੈਗਾ,
ਤਾਂ ਉੱਥੇ ਲਗਭਗ 95% ਜਿਹੜੇ ਨੇ ਉਹ ਗੋਰੇ ਹੀ ਸੀਗੇ, ਬਾਕੀ ਜਿਹੜੇ ਕੋਈ ਬਲੈਕ ਹੋਣਗੇ ਜਾਂ ਦੂਜੇ, ਤੇ ਇੱਕ ਪੱਗ ਵਾਲਾ ਇਕੱਲਾ ਹੀ ਮੈਂ। ਤੇ ਉਹ ਵੀ ਉੱਥੇ ਵੀ ਫਿਰ ਮਤਲਬ ਕਿ ਫਿਰ ਦੀਵਾਲੀ ਆਈ, ਜਿਵੇਂ ਉਹ ਪਿੱਛੇ ਪ੍ਰੋਫੈਸਰ ਸਾਹਿਬ ਨੇ ਉਹ ਆਪਣਾ ਟਾਕ ਦਿੱਤੀ ਸੀਗੀ ਬੰਦੀ ਛੋੜ ਦਿਵਸ ਤੇ, ਤਾਂ ਉਹ ਬੰਦੀ ਛੋੜ ਦਿਵਸ ਆਇਆ, ਕਹਿ ਲਓ ਦੀਵਾਲੀ ਆਈ, ਤਾਂ ਮੈਂ ਆਪਣੇ ਵੱਲੋਂ ਇੱਕ ਈਮੇਲ ਲਿਖ ਕੇ ਵੀ ਬੰਦੀ ਛੋੜ ਦਿਵਸ ਦੀ ਮਹਾਨਤਾ ਬਾਰੇ ਸਾਰੇ ਹੀ ਡਿਪਾਰਟਮੈਂਟ ਨੂੰ, ਸੈਂਟਰਲ ਰੀਜਨ ਇਹਨੂੰ ਕਹਿੰਦੇ ਨੇ ਅਲਬਰਟਾ ਦਾ, ਤਾਂ ਉਹ ਸਾਰੇ ਜਿਹਦੇ ਵਿੱਚ 250-300 ਮਤਲਬ ਕਿ EMPLOYEE ਸੀਗੇ, ਡਾਇਰੈਕਟਰ ਤੋਂ ਲੈ ਕੇ, ਤਾਂ ਉਹ ਮੈਂ ਈਮੇਲ ਸਾਰੀ ਲਿਖ ਕੇ ਜਦੋਂ ਭੇਜੀ ਵੀ ਇਹਦੀ ਮਹਾਨਤਾ ਜਿਹੜੀ ਕੀ ਹੈ ਬੰਦੀ ਛੋੜ ਦਿਵਸ ਦੀ, ਤਾਂ ਮੈਨੂੰ ਮਤਲਬ ਸ਼ਾਮ ਤੱਕ ਕਹਿ ਲਓ ਜਾਂ ਮਤਲਬ ਕਿ ਛੁੱਟੀ ਹੋਣ ਤੱਕ ਕੋਈ 60-70 ਈਮੇਲ ਰਿਸਪੌਂਸ ਹੀ ਆ ਗਏ ਸੀਗੇ। ਬੜਾ ਐਪਰੀਸ਼ੀਏਟ ਕੀਤਾ ਲੋਕਾਂ ਨੇ, ਤਾਂ ਕਿ ਵੀ ਸਾਨੂੰ ਤਾਂ ਇਹਦੇ ਬਾਰੇ ਕੁਝ ਪਤਾ ਨਹੀਂ, ਸਾਨੂੰ ਇੰਨਾ ਕੁ ਪਤਾ ਵੀ ਇੱਕ ਦੀਵਾਲੀ ਹੈਗੀ ਹੈ ਜਿਹੜੀ ਕਿ ਫੈਸਟੀਵਲ ਆਫ ਲਾਈਟਸ ਕਹਿੰਦੇ ਆ ਉਹਨੂੰ, ਤੇ ਵੀ ਇਸ ਤਰ੍ਹਾਂ ਦੀ ਮਠਿਆਈਆਂ ਮਠੂਈਆਂ ਖਾਣ ਨੂੰ ਬੜਾ ਵਧੀਆ ਹੁੰਦੀਆਂ ਨੇ ਉਸ ਟਾਈਮ ਤੇ। ਤਾਂ ਮਤਲਬ ਕਿ ਇਹ ਸਿੱਖ ਧਰਮ ਦਾ ਮਤਲਬ ਵੀ ਐਕਚੁਅਲੀ ਇਹੀ ਹੈ। ਇਸੇ ਤਰ੍ਹਾਂ ਵੀ ਜੇ ਹੁਣ ਅਸੀਂ ਬੱਸਾਂ 'ਚ ਸਫ਼ਰ ਕਰਦੇ ਸੀ, ਮੈਂ ਵੀ ਕਰਦਾ ਸੀਗਾ ਇੱਥੇ ਯੂਨੀਵਰਸਿਟੀ ਜਾਣਾ ਜਾਂ ਕਿੱਦਾਂ ਵੀ, ਜਦੋਂ EMPLOYEE ਸੀ ਉਦੋਂ ਵੀ, ਤਾਂ ਮਤਲਬ ਕਿ ਨਾਲ ਦੇ ਬੈਠੇ ਨੇ, ਉਹਨਾਂ ਨਾਲ ਗੱਲਾਂ ਬਾਤਾਂ ਕਰਨ ਲੱਗਣੀਆਂ, ਉਹਨਾਂ ਨੇ ਕਹਿਣਾ ਇਹ ਪੱਗ ਤੁਸੀਂ ਕਿਉਂ ਬੰਨ੍ਹਦੇ ਹੋ, ਇਹ ਕਿਉਂ, ਹਨਾ, ਕਿਸ ਤਰ੍ਹਾਂ ਬੰਨ੍ਹੀ ਜਾਂਦੀ ਹੈ, ਇਹਦਾ ਕੀ ਮਹੱਤਤਾ। ਤਾਂ ਮਤਲਬ ਕਿ ਮੇਰਾ ਮਤਲਬ ਇਹ ਸਿੱਖ ਧਰਮ ਦੇ ਵਿੱਚ ਜੋ ਹੈ ਨਾ, ਹਰ ਇੱਕ ਸਿੱਖ ਦਾ ਹੀ ਇਹ ਫਰਜ਼ ਬਣਦਾ ਕਿ ਅਸੀਂ ਪ੍ਰਚਾਰ ਕਰੀਏ, ਆਪਣੇ ਬਾਰੇ ਦੱਸੀਏ ਲੋਕਾਂ ਨੂੰ। ਇੰਟਰੈਕਸ਼ਨ ਜਿਹੜੀ ਹੈ ਨਾ, ਉਹ ਬਹੁਤ ਇੰਪੋਰਟੈਂਟ ਹੈਗੀ ਹੈ ਇਸ ਮਤਲਬ ਇਹ ਜਿਹੜੀ ਲੋਕਾਂ 'ਚ ਕਈਆਂ 'ਚ ਕਹਿ ਲਓ ਵੀ ਰੇਸਿਜ਼ਮ ਕਹਿ ਲਓ ਜਾਂ ਘਿਰਨਾ ਕਹਿ ਲਓ, ਉਹ ਇਗਨੋਰੈਂਸ ਕਰਕੇ ਹੈ। ਕੁਛ ਤਾਂ ਚਲੋ ਹੁੰਦੇ ਹੀ ਨੇ, ਕੁਛ ਲੋਕ ਰੇਸਿਸਟ ਹੁੰਦੇ ਨੇ, ਉਹਨਾਂ ਦਾ ਕੁਛ ਨਹੀਂ ਮਤਲਬ, ਆਈ ਡੋਂਟ ਨੋ ਕਿ ਉਹਨਾਂ ਦਾ ਕੀ ਬਣ ਸਕਦਾ, ਉਹਨਾਂ ਨੇ ਫਿਰ ਵੀ ਰਹਿਣਾ ਹੈਗਾ। ਪਰ ਕਈ ਲੋਕ ਜਿਹੜੇ ਨੇ ਇਗਨੋਰੈਂਸ ਕਰਕੇ, ਉਹਨਾਂ ਨੂੰ ਸਾਡੇ ਧਰਮ ਬਾਰੇ ਕੁਛ ਨਹੀਂ ਪਤਾ, ਉਹ ਕਈ ਲੋਕ ਸਾਨੂੰ ਮੁਸਲਮਾਨ ਹੀ ਸਮਝਦੇ ਨੇ। ਸੋ ਕਿਉਂਕਿ ਕਈ ਲੋਕ ਜਿਹੜੇ ਬੱਸ 'ਚ ਬੈਠੇ ਨਾਲ ਦੇ ਬੈਠੇ ਸੀ, ਸੋ ਉਹ ਆਈ ਕੋਈ ਈਦ ਸੀ ਸ਼ਾਇਦ, ਮੇਰੇ ਖਿਆਲ ਈਦ ਦਾ, ਕਿਉਂਕਿ ਉਹ ਦੱਸਦੇ ਨੇ ਟੀਵੀ ਤੇ, ਤਾਂ ਉਹ ਕਹਿੰਦੇ ਹਾਂ ਅੱਛਾ ਤੁਸੀਂ ਈਦ ਮਨਾ ਰਹੇ ਹੋ। ਮੈਂ ਕਿਹਾ ਆਈ ਐਮ ਨਾਟ ਅ ਮੁਸਲਿਮ, ਆਈ ਐਮ ਸਿੱਖ। ਕਹਿੰਦੇ ਵੀ ਸਾਨੂੰ ਤਾਂ ਇਹੀ ਪਤਾ ਵੀ ਇਹ ਤਾਲਿਬਾਨ ਹੁੰਦੇ ਨੇ ਜਿਹੜੇ ਸਿਰ ਤੇ ਪੱਗ ਬੰਨੀ ਹੁੰਦੀ ਹੈ। ਤੇ ਸੋ ਇਹ ਮਤਲਬ ਬੜੇ ਪ੍ਰਚਾਰ ਦੀ ਜਾਂ ਬੜੇ ਇਹ ਅਵੇਅਰਨੈਸ ਜਿਹੜੀ ਫੈਲਾਉਣ ਦੀ ਜਿਹੜੀ ਸਾਨੂੰ ਲੋੜ ਹੈਗੀ ਆ ਇੱਥੇ, ਤਾਂ ਖਾਸ ਕਰ ਜਿਹੜੇ ਵਿਦੇਸ਼ਾਂ ਦੇ ਵਿੱਚ। ਹਾਂਜੀ ਡਾਕਟਰ ਸਾਹਿਬ, ਥੈਂਕ ਯੂ। ਹਾਂਜੀ, ਧੰਨਵਾਦ ਜੀ ਬਲਦੇਵ ਸਿੰਘ ਜੀ। ਮੈਨੂੰ ਵੀ ਇਹ ਸਵਾਲ ਕਾਫੀ ਵਾਰੀ ਪੁੱਛਿਆ ਗਿਆ ਕਿ ਇੰਡੀਆ 'ਚ ਵੀ, ਕਿਉਂਕਿ ਮੈਂ ਸਾਊਥ ਹੈਦਰਾਬਾਦ ਵੀ ਕੰਮ ਕੀਤਾ ਹੈ ਥੋੜਾ ਜਿਹਾ, ਤੇ ਇੱਥੇ ਬਾਹਰ ਵੀ, ਕਿ ਤੁਸੀਂ ਵਾਲ ਕਿਉਂ ਨਹੀਂ ਕੱਟਦੇ। ਸੋ ਮੇਰਾ ਤੇ ਇੱਕ ਸਿੱਧਾ ਜਿਹਾ ਸਵਾਲ ਦਾ ਅੱਗੋਂ ਸਵਾਲ ਹੁੰਦਾ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਵਾਲ ਕੱਟਣ ਦੀ ਲੋੜ ਕੀ ਹੈ, ਤੇ ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਕਿਉਂ ਨਹੀਂ ਕੱਟਦਾ। ਉਹ ਫਿਰ ਉੱਥੇ ਆਪਣੀਆਂ ਦੇ ਦੇਣ ਜੀ, ਇਹ ਕਲੀਨ ਹੈ ਜੀ, ਮਤਲਬ ਮੈਂ ਕਿਹਾ ਵੀ ਇਹ ਤਾਂ ਤੁਹਾਡੇ ਜਿਹੜੇ ਹਿੰਦੂਆਂ ਦੇ ਵਿੱਚ ਵੀ ਦੂਜੇ ਵੀ ਸਾਰੇ ਪੁਰਾਣੇ ਤੇ ਸਾਰੇ ਰੱਖਦੇ ਸੀ, ਤੇ ਸਫਾਈ ਤੇ ਤੁਸੀਂ ਰੱਖ ਸਕਦੇ ਜੀ ਉਸ ਤਰ੍ਹਾਂ। ਸੋ ਇਹ ਜੀ ਇਹ ਬੜੀ ਕਾਮਨ ਜੀ ਗੱਲ ਹੈ। ਤੇ ਉਸ ਤੋਂ ਅੱਗੇ ਹਮਲੇ ਮਾਰਨ ਦੀ ਜੀ ਅਸੀਂ ਜਿਹੜਾ ਹੈ ਕਿ ਸੋਚਿਆ ਕਿ ਦਸਤਾਰਧਾਰੀ ਪ੍ਰੇਰਨਾ ਸਰੋਤ ਜਿਹੜੇ ਨੇ ਨਾ, ਵਿਦਿਆਰਥੀ, ਪੇਸ਼ਾਵਰ, EMPLOYEE, ਕੰਮ ਕਰਨ ਵਾਲੇ, ਵਪਾਰੀ, ਲੋਕਾਂ ਦੇ ਪ੍ਰਤੀਨਿਧ, ਖਾਸ ਕਰਕੇ MLA MP, ਅੱਜ ਕੱਲ੍ਹ ਤੇ ਖੈਰ ਇਹ ਹੈ ਕਾਫੀ ਕੈਨੇਡਾ ਦੇ ਵਿੱਚ, ਹੁਣ ਦੂਸਰੇ ਮੁਲਕਾਂ ਦੇ ਵਿੱਚ ਵੀ ਹੌਲੀ ਹੌਲੀ ਸ਼ੁਰੂ ਹੋ ਰਿਹਾ ਹੈ। ਖਿਡਾਰੀ, ਕਲਾਕਾਰ, ਇਹਨਾਂ ਲੋਕਾਂ ਨੂੰ ਅੱਗੇ ਆ ਕੇ ਥੋੜਾ ਰੋਲ ਪਲੇ ਜਾਂ ਮਤਲਬ ਆਪਣਾ ਕਰਨਾ ਚਾਹੀਦਾ ਹੈ, ਔਰ ਇਹ ਪ੍ਰੇਰਨਾ ਦੇ ਸਰੋਤ ਬਣ ਸਕਦੇ। ਬਾਕੀ ਜਿਹੜੀ ਹੈ ਕਿ ਆਤਮ ਵਿਸ਼ਵਾਸ ਤੁਹਾਡੇ 'ਚ ਇਹ ਆ ਕਿ ਇਹਦੀ ਸਿੱਖਿਆ ਇਹ ਆ ਕਿ ਤੁਹਾਨੂੰ ਆਤਮ ਵਿਸ਼ਵਾਸ ਜਿਹੜਾ ਰੱਖਣਾ ਬਹੁਤ ਜ਼ਰੂਰੀ ਆ, ਕਿਉਂਕਿ ਇਹ ਆਤਮ ਵਿਸ਼ਵਾਸ ਹੀ ਤੁਹਾਡਾ ਜਿਹੜੀ ਚੀਜ਼ ਹੈ ਕਿ ਤੁਹਾਨੂੰ ਇਸ ਚੀਜ਼ ਤੋਂ ਜਦੋਂ ਪਰਾਂ ਲੈ ਕੇ ਜਾਣ ਦੀ ਕੋਸ਼ਿਸ਼ ਹੁੰਦੀ ਆ, ਸੁਸਾਇਟੀ ਕਰਕੇ ਜਾਂ ਕੁਛ ਹੋਰ ਕਰਨਾ, ਅਗਿਆਨਤਾ ਕਹਿ ਲਓ ਜਾਂ ਫਿਰਕੂਪ੍ਰਸਤੀ ਦੇ ਵਿੱਚ, ਤੇ ਆਤਮ ਵਿਸ਼ਵਾਸ ਜਿਹੜਾ ਤੁਹਾਡੀ ਕਾਫੀ ਹੈਲਪ ਕਰਦਾ ਇਹਦੇ ਵਿੱਚ, ਇਹੀ ਆ। ਤੇ ਅੱਗੇ ਫਿਰ ਇੱਕ ਹੋਰ ਕਵਿਤਾ ਜੀ ਜਿਹੜੀ ਕਿ ਫਿਰ ਬਲਦੇਵ ਸਿੰਘ ਜੀ ਪੜ੍ਹਨਗੇ, ਤੇ ਇਹਦੇ ਨਾਲ ਸਾਡੀ ਫਿਰ ਕਿਉਂਕਿ ਟਾਈਮ ਵੀ ਕਾਫੀ ਹੋ ਗਿਆ, ਤੇ ਉਸ ਤੋਂ ਬਾਅਦ ਜੀ ਬਹੁਤ ਬਹੁਤ ਧੰਨਵਾਦ ਜੀ ਟਾਈਮ ਦੇਣ ਦਾ ਤੇ ਸੁਣਨ ਦਾ ਤੁਹਾਡਾ, ਤੇ ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਇਹ ਕਵੀ ਕਰਮਜੀਤ ਸਿੰਘ ਨੂਰ ਦੀ ਲਿਖੀ ਹੋਈ ਹੈ ਦਸਤਾਰ ਦੇ ਸੰਘਰਸ਼ ਬਾਰੇ ਛੋਟੀ ਜੀ ਕਵਿਤਾ।
ਸਿੱਖ ਵਿਰਸੇ ਨੂੰ ਵਾਚਿਆਂ ਪਤਾ ਚੱਲਦਾ ਹੈ, ਸਿੱਖ ਵਿਰਸੇ ਨੂੰ ਵਾਚਿਆਂ ਪਤਾ ਚੱਲਦਾ ਹੈ, ਛੂੰਹਦੇ ਰਹੇ ਨੇ ਸਿੱਖ ਬੁਲੰਦੀਆਂ ਕਿਉਂ, ਪੂਰੇ ਵਿਸ਼ਵ ਵਿੱਚ ਸਿੱਖੀ ਦੀ ਚੜ੍ਹਤ ਤੱਕ ਕੇ ਪੂਰਾ ਵਿਸ਼ਵ ਕਰੀਚਦਾ ਹੈ ਦੰਦੀਆਂ ਕਿਉਂ। ਸਾਰੇ ਸਿੱਖ ਜੇ ਗੁਰਮਤ ਅਨੁਸਾਰ ਚੱਲਣ, ਸਾਰੇ ਸਿੱਖ ਜੇ ਗੁਰਮਤ ਅਨੁਸਾਰ ਚੱਲਣ, ਸਿੱਖਾਂ ਵਿੱਚ ਹੋਵਣ ਧੜੇ ਬੰਦੀਆਂ ਕਿਉਂ। ਜੇ ਹਰ ਸਿੱਖ ਦੇ ਸਿਰ ਦਸਤਾਰ ਹੋਵੇ, ਜੇ ਹਰ ਸਿੱਖ ਦੇ ਸਿਰ ਦਸਤਾਰ ਹੋਵੇ, ਤਾਂ ਦਸਤਾਰ ਤੇ ਲੱਗਣ ਪਾਬੰਦੀਆਂ ਕਿਉਂ, ਤਾਂ ਦਸਤਾਰ ਤੇ ਲੱਗਣ ਪਾਬੰਦੀਆਂ ਕਿਉਂ। ਥੈਂਕ ਯੂ। ਬਹੁਤ ਬਹੁਤ ਧੰਨਵਾਦ ਜੀ ਸਾਡੇ ਦੋਨੋਂ ਮੇਰੇ ਤੇ ਡਾਕਟਰ ਬਲਦੇਵ ਸਿੰਘ ਵਾਲਾ। ਤੇ ਅਖੀਰ ਤੇ ਇਹ ਕਹਿਣਾ ਚਾਹਾਂਗੇ ਕਿ ਗੁਰੂ ਸਾਹਿਬਾਂ ਵੱਲੋਂ ਦਸਤਾਰ ਸਜਾਉਣ, ਸ਼ਸਤਰ ਰੱਖਣ ਤੇ ਘੋੜਸਵਾਰੀ ਦਾ ਜਿਹੜਾ ਹੁਕਮ ਕਹਿ ਲਓ ਜਾਂ ਫਰਮਾਨ ਕਹਿ ਲਓ, ਇਹ ਇੱਕ ਵੱਖਰੀ ਪਹਿਚਾਣ, ਬਰਾਬਰੀ, ਆਜ਼ਾਦੀ, ਬਹਾਦਰੀ ਤੇ ਸਵੈਮਾਨੀ ਦੀ ਰੂਹ ਹੈ। ਊਚ ਨੀਚ, ਜ਼ੁਲਮ ਤੇ ਬੇਇਨਸਾਫੀ ਮਿਟਾਉਣ ਦਾ ਸੁਨੇਹਾ। ਸੋ ਇਹਦੇ ਨਾਲ ਹੀ ਸਾਡੇ ਵੱਲੋਂ ਸਮਾਪਤੀ ਹੈ ਜੀ। ਤੇ ਜੇ ਕੋਈ ਸਵਾਲ ਜਾਂ ਕਮੈਂਟਸ ਹੋਣ ਤੇ ਜੀ ਵੈਲਕਮ। ਤੇ ਬਾਕੀ ਜੇ ਕੋਈ ਗਲਤੀ ਹੋਈ ਹੋਵੇ ਤੇ ਖਿਮਾ ਦਾ ਯਾਚਕਾਂ। ਤੇ ਇੱਕ ਮੈਂ ਮੈਂਸ਼ਨ ਕਰ ਦਿਆਂ ਕਿ ਸਾਡੇ ਕੋਲ ਆਰਟੀਕਲ ਹੈਗਾ ਹੈ ਤੇ ਮੈਂ ਉਹ ਸਾਰਿਆਂ ਨੂੰ ਫਾਰਵਰਡ ਕਰ ਦੂੰਗਾ, ਬਲਾਜ ਸਿੰਘ ਰਾਣੂ ਜਾਂ ਹੋਰ ਕਿਸੇ ਨੂੰ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕਾਬਲ ਸਿੰਘ ਤੇ ਡਾਕਟਰ ਬਲਦੇਵ ਸਿੰਘ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਮੈਂ ਪਹਿਲੇ ਵੀ ਜ਼ਿਕਰ ਕਰਨ ਲੱਗਾ ਸੀਗਾ ਤੇ ਉਹ ਵਿੱਚੇ ਗੱਲ ਰਹਿ ਗਈ। ਦੋਨੋਂ ਐਗਰੀਕਲਚਰ ਸਾਇੰਟਿਸਟ ਨੇ ਜੀ, ਤੇ ਡਾਕਟਰ ਕਾਬਲ ਸਿੰਘ ਨੇ ਪਹਿਲੇ ਵੀ ਇੱਕ ਦੋ ਵਾਰੀ ਆਪਣੇ ਵਿਚਾਰ ਸਾਂਝੇ ਕੀਤੇ ਤੇ ਉਹਨਾਂ ਦਾ ਅਸੀਂ ਥੋੜਾ ਜਿਹਾ ਬਾਇਓ ਵੀ ਸ਼ੇਅਰ ਕੀਤਾ ਸੀ ਸੰਗਤ ਦੇ ਨਾਲ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਤੋਂ ਦੋਨੋਂ ਸਕਾਲਰਸ ਨੇ। ਤੇ ਡਾਕਟਰ ਬਲਦੇਵ ਸਿੰਘ ਜਿਹੜੇ ਨੇ ਉਹਨਾਂ ਨੇ ਸੋਇਲ ਸਾਇੰਸਿਸ ਦੇ ਵਿੱਚ ਆਪਣੀ PhD ਕੀਤੀ ਹੈ ਯੂਨੀਵਰਸਿਟੀ ਆਫ ਅਲਬਰਟਾ ਤੋਂ। ਤੇ ਡਾਕਟਰ ਕਾਬਲ ਸਿੰਘ ਬਾਰੇ ਜਿਸ ਤਰ੍ਹਾਂ ਸੰਗਤ ਜਾਣਦੀ ਹੈ, ਅਫਰੀਕਾ ਦੇ ਵਿੱਚ ਕਈ ਸਾਲ ਰਹੇ ਨੇ ਔਰ ਉੱਥੇ ਐਗਰੀਕਲਚਰ ਦੇ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ। ਉਸ ਤੋਂ ਬਾਅਦ ਇੱਥੇ ਅਲਬਰਟਾ ਦੇ ਵਿੱਚ ਕਾਫੀ ਸਾਲ ਆਪਣਾ ਕੀਤੀ ਉਹਨਾਂ ਨੇ ਜੌਬ। ਤੇ ਹੁਣ ਉਹ ਗ੍ਰੈਂਡ ਪ੍ਰੇਰੀ ਆਪਣੇ ਫੈਮਿਲੀ ਦੇ ਨਾਲ ਨੇ। ਤੇ ਡਾਕਟਰ ਬਲਦੇਵ ਸਿੰਘ ਜਿਹੜੇ ਨੇ ਉਹ ਐਡਮੰਟਨ ਦੇ ਵਿੱਚ ਨੇ। ਐਂਡ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਤੋਂ ਦੋਨਾਂ ਦੀ ਹੈਗੀ ਬੈਕਗਰਾਊਂਡ। ਤੇ ਜਿਹੜੇ ਹੈਗੇ ਨੇ ਆਪਣਾ ਡਾਕਟਰ ਬਲਦੇਵ ਸਿੰਘ, ਇਹ ਸੋਇਲ ਸਾਇੰਸਿਸ ਦੇ ਔਰ ਐਗਰੀਕਲਚਰ ਦੇ ਕੰਸਲਟੈਂਟ ਵੀ ਨੇ। ਤੇ ਬਤੌਰ ਕੰਸਲਟੈਂਟ ਆਪਣੀਆਂ ਸੇਵਾਵਾਂ ਹੁਣ ਵੀ ਉਹ ਅਵੇਲੇਬਲ ਕਰਵਾਉਂਦੇ ਨੇ। ਤੇ ਇੱਕ ਵਾਰ ਫਿਰ ਦੋਨਾਂ ਦਾ ਬਹੁਤ ਬਹੁਤ ਧੰਨਵਾਦ। I think it's a very important topic. ਤੇ ਸੰਗਤ ਨੂੰ ਮੈਂ ਬੇਨਤੀ ਕਰਾਂਗਾ, I can see a lot of people have something to say. ਤੇ ਅਸੀਂ ਪਾਪਾ ਤੁਹਾਡੇ ਨਾਲ we will start. Please go ahead ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਇਹਨਾਂ ਦੋਨਾਂ ਸੱਜਣਾਂ ਨੂੰ, ਡਾਕਟਰ ਕਾਬਲ ਸਿੰਘ, ਡਾਕਟਰ ਬਲਦੇਵ ਸਿੰਘ ਜੀ ਨੂੰ ਬਹੁਤ ਮੁਬਾਰਕ ਦੇ ਹੱਕਦਾਰ ਨੇ। ਬੜੀ ਖੋਜ ਕਰਕੇ ਇਹਨਾਂ ਨੇ ਬੜੇ ਯੂਸਫੁਲ ਗੱਲਾਂ ਦੱਸੀਆਂ ਨੇ ਜਿਨ੍ਹਾਂ ਦਾ ਕਈਆਂ ਦਾ ਸਾਨੂੰ ਨਹੀਂ ਸੀ ਪਤਾ। ਮੈਂ ਇੱਕ ਦੋ ਚੀਜ਼ਾਂ ਐਡ ਕਰਨਾ ਚਾਹੁੰਦਾ। ਇੱਕ ਤਾਂ ਇਹ ਹੈ ਕਿ ਪ੍ਰਿੰਸੀਪਲ ਤੇਜਾ ਸਿੰਘ ਹੁੰਦੇ ਸਨ ਜਿਨ੍ਹਾਂ ਨੇ ਬੜੂ ਸਾਹਿਬ ਦੇ ਵਿੱਚ ਅਕਾਲ ਅਕੈਡਮੀਆਂ ਦਾ ਕੰਮ ਸ਼ੁਰੂ ਕੀਤਾ ਸੀ। ਉਹਨਾਂ ਨੂੰ ਸੰਤ ਅਤਰ ਸਿੰਘ ਜੀ ਦੇ ਨਾਲ ਮਿਲ ਕੇ ਉਹਨਾਂ ਨੇ ਉੱਥੇ ਇਹ ਕੰਮ ਵਿਦਿਆ ਦਾ ਸ਼ੁਰੂ ਕੀਤਾ ਸੀ, ਇੱਕ ਅਨੋਖੀ ਕਿਸਮ ਦੀ ਵਿਦਿਆ ਦਾ। ਤੇ ਉਹ ਸਭ ਤੋਂ ਪਹਿਲੇ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਗਏ ਸਨ 1896-97 ਦੇ ਕਰੀਬ, ਬਿਫੋਰ ਦੀ ਲਾਸਟ ਸੈਂਚੁਰੀ। ਔਰ ਹੀ ਵਾਜ਼ ਅ ਟਰਬਨ ਸਿੱਖ। ਤੇ ਉੱਥੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਆਈਆਂ ਤੇ ਉਹਨਾਂ ਨੂੰ ਉੱਥੇ ਦੇ ਜਿਹੜੇ ਪ੍ਰੈਜ਼ੀਡੈਂਟ ਸਨ, ਵਾਈਸ ਚਾਂਸਲਰ ਵਗੈਰਾ, ਉਹਨਾਂ ਨੇ ਬੁਲਾ ਕੇ ਪੁੱਛਿਆ ਵੀ ਤੁਸੀਂ ਇਹ ਕਿਉਂ ਸਿਰ ਤੇ ਦਸਤਾਰ ਸਜਾਈ ਹੈ। ਉਹ ਕਹਿਣ ਲੱਗੇ ਆਈ ਐਮ ਦੀ ਐਂਬੈਸਡਰ ਆਫ ਗੁਰੂ ਗੋਬਿੰਦ ਸਿੰਘ। ਇਹ ਉਹਨਾਂ ਦੇ ਵਰਡ ਸੀਗੇ।
I am an ambassador of Sikhism and Guru Gobind Singh, and I am not going to take it off. You can remove my head, but I will wear this on my head. ਸੋ ਉਸ ਤੋਂ ਬਾਅਦ ਉਹਨਾਂ ਨੂੰ ਇੰਨਾ ਸਨਮਾਨ ਮਿਲਿਆ, ਉਹਨਾਂ ਨੇ ਬੜਾ ਉੱਥੇ ਆਕਸਫੋਰਡ ਤੋਂ, ਹਾਰਵਰਡ ਤੋਂ, ਬਾਅਦ ਚ ਬਰਕਲੇ ਵੀ ਗਏ, ਕਈ ਜਗ੍ਹਾ ਤੋਂ ਪੜ੍ਹਾਈ ਕਰਕੇ ਵਾਪਸ ਆਏ ਔਰ ਉਹਨਾਂ ਨੇ ਇੱਕ ਬੜੀ ਵੱਡੀ ਸਿੱਖੀ ਦੀ ਮੂਵਮੈਂਟ ਸ਼ੁਰੂ ਕੀਤੀ। You know, he is almost, I can say, the first person in the West ਜਿਹੜੇ ਕਿ ਦਸਤਾਰ ਬਣ ਕੇ ਇਸ ਤਰ੍ਹਾਂ ਗਏ। ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ, ਡਾਕਟਰ ਬਲਦੇਵ ਸਿੰਘ ਹੋਰਾਂ ਨੇ, ਇਹਨਾਂ ਨੇ ਵੀ ਬੜਾ ਸਟੈਂਡ ਲਿਆ, ਕਾਬਲ ਸਿੰਘ ਹੋਰਾਂ ਨੇ ਸਟੈਂਡ ਲਿਆ, ਬੜੇ ਹੋਰ ਵੀ ਹਨ ਬਹੁਤ ਸਾਰੇ ਸੱਜਣ ਜਿਹੜੇ ਆਪਣੀ ਆਈਡੈਂਟੀਟੀ ਦੇ ਉੱਤੇ ਪੂਰਾ ਸਟੈਂਡ ਲੈਂਦੇ ਨੇ। ਇਹ ਬੜੀ ਯਾਨੀ ਸ਼ਲਾਘਾ ਦੀ ਗੱਲ ਹੈ। ਦੂਸਰੀ ਗੱਲ ਇਹਨਾਂ ਨੇ ਪ੍ਰਚਾਰ ਦੀ ਕੀਤੀ ਹੈ, ਉਸ ਬਾਰੇ ਮੈਂ ਸਿਰਫ ਇੰਨਾ ਹੀ ਕਹਿਣਾ ਚਾਹਾਂਗਾ ਬਰੀਫਲੀ ਕਿ 2-3 ਐਸੇ ਏਰੀਆਜ਼ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਧਿਆਨ ਦੇਣ ਦੀ ਲੋੜ ਹੈ। ਇੱਕ ਖਾਸ ਏਰੀਆ ਹੈ ਜਰਨਲਿਜ਼ਮ। ਸਾਡੀ ਕੌਮ ਦੀ, ਜਿਸ ਤਰ੍ਹਾਂ ਇਹ ਪ੍ਰਚਾਰ ਦੀ ਗੱਲ ਕਰ ਰਹੇ ਨੇ, ਬਿਲਕੁਲ ਠੀਕ ਕਹਿ ਰਹੇ ਨੇ, ਸਾਡਾ ਪ੍ਰਚਾਰ ਜਿਹੜਾ ਹੈ ਉਹ ਬਹੁਤ ਹੀ ਪੂਅਰ ਹੈ। ਅਸੀਂ ਹੈਜ਼ੀਟੈਂਟ ਹੋ ਜਾਂਦੇ ਹਾਂ, ਸੈਲਫ ਕੌਨਸ਼ੀਅਸ ਹੋ ਜਾਂਦੇ ਹਾਂ ਕਿਸੇ ਨਾਲ ਗੱਲ ਕਰਨ ਲੱਗਿਆ ਕਿ ਜੇ ਅਸੀਂ ਆਪਣੇ ਧਰਮ ਬਾਰੇ ਗੱਲ ਕਰਾਂਗੇ ਤੇ ਲੋਕੀ ਸਾਨੂੰ ਪਤਾ ਨਹੀਂ ਕੀ ਕਹਿਣਗੇ, ਕਿ ਸ਼ਾਇਦ ਇਹ ਕਮਿਊਨਲ ਨੇ ਜਾਂ ਕੁਝ ਹੋਰ ਇਸ ਤੋਂ ਵੀ ਮਾੜਾ ਵਰਡ ਕੋਈ ਯੂਜ਼ ਕੀਤਾ ਜਾ ਸਕਦਾ ਸਿੱਖਾਂ ਦੇ ਖਿਲਾਫ, ਕਿਉਂਕਿ ਇਹੋ ਜਿਹੇ ਵਰਡ ਵਰਤੇ ਗਏ ਨੇ, ਉਹ ਮੈਂ ਦੁਹਰਾਉਣਾ ਨਹੀਂ ਚਾਹੁੰਦਾ। ਲੈਟ ਅਸ ਨਾਟ ਬੀ ਸੋ ਹੈਜ਼ੀਟੈਂਟ ਐਂਡ ਕੌਨਸ਼ੀਅਸ ਐਂਡ ਕਿ ਅਸੀਂ ਘਬਰਾਉਣ ਦੀ ਲੋੜ ਨਹੀਂ ਹੈ। ਸਾਨੂੰ ਜਰਨਲਿਜ਼ਮ ਦੇ ਵਿੱਚ ਆਪਣੇ ਚੈਨਲਸ, ਆਪਣੇ ਸੋਸ਼ਲ ਮੀਡੀਆ ਨੂੰ ਸਟਰੋਂਗ ਕਰਕੇ ਔਰ ਆਪਣੇ ਧਰਮ ਦੀਆਂ ਜਿਹੜੀਆਂ ਅੱਛਾਈਆਂ ਨੇ, ਜੋ ਪੋਜ਼ਿਟਿਵ ਗੱਲਾਂ ਨੇ, ਉਹਨਾਂ ਦਾ ਪ੍ਰਚਾਰ ਕਰਨਾ ਚਾਹੀਦਾ। ਖਾਸ ਤੌਰ ਤੇ ਦਸਤਾਰ ਵੀ ਉਹਨਾਂ ਦੇ ਵਿੱਚੋਂ ਇੱਕ ਬੜੀ ਮਹੱਤਵਪੂਰਨ ਰਿਐਲਿਟੀ ਹੈ। ਮੈਂ ਇਹਨੂੰ ਸਿੰਬਲ ਨਹੀਂ ਕੱਲਾ ਕਹਿ ਸਕਦਾ, ਸਿੰਬਲ ਤਾਂ ਹੈ ਹੀ, ਸਿੰਬੋਲਿਕ ਹੈ, ਲੇਕਿਨ ਐਟ ਦ ਸੇਮ ਟਾਈਮ ਇੱਕ ਬੜੀ ਵੱਡੀ ਰਿਐਲਿਟੀ ਹੈ ਕਿ ਸਿੱਖ ਜਿਹੜੇ ਨੇ ਉਹ ਮੁਸਲਿਮ ਨਹੀਂ। ਕਿਉਂਕਿ ਇਸ ਤਰ੍ਹਾਂ ਦੀ 1-2 ਗੱਲਾਂ ਮੇਰੇ ਨਾਲ ਵੀ ਹੋਈਆਂ ਅੱਜ ਤੋਂ ਕੋਈ 30-40 ਸਾਲ ਪਹਿਲੇ, ਜਦੋਂ ਕਿਤੇ ਮੈਂ ਉਧਰ ਜਰਮਨੀ ਗਿਆ ਤੇ ਉੱਥੇ ਉਹ 에ਅਰਪੋਰਟ ਦੇ ਉੱਤੇ ਇੱਕ ਆਦਮੀ ਮੈਨੂੰ ਪੁੱਛਣ ਰਿਹਾ ਵੀ ਆਰ ਯੂ ਏ ਮੁਸਲਿਮ, ਔਰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਤਾਂ ਉਹਨੂੰ ਮੈਂ ਉਸਨੂੰ ਕਾਫੀ ਟਾਈਮ ਲਗਾ ਕੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਨੋ, ਵੀ ਆਰ ਡਿਫਰੈਂਟ ਪੀਪਲ ਐਂਡ ਦਿਸ ਇਜ਼ ਆਵਰ ਫਿਲਾਸਫੀ। ਉਹਨੂੰ ਸਾਰੀ ਗੱਲ ਸਮਝਾਈ। ਔਰ ਇਹੀ ਗੱਲ ਮੈਂ ਚਾਹੁੰਦਾ ਕਿ ਸਾਡੇ ਬਾਕੀ ਦੇ ਵਿੱਚ ਸਿੱਖ ਭੈਣ ਭਰਾ ਜਿਹੜੇ ਨੇ ਉਹ ਬਿਲਕੁਲ ਬੋਲਡਲੀ ਆਪਣੇ ਆਪ ਨੂੰ ਐਜ਼ ਸਿੱਖਸ ਰੱਖਣ, ਪ੍ਰੈਜ਼ੈਂਟ ਕਰਨ, ਔਰ ਜਿਹੜੇ ਦੂਸਰੇ ਬੰਦੇ ਨੇ ਉਹਨਾਂ ਨੂੰ, ਜਿਹੜੇ ਮੀਡੀਆ ਨੇ ਸਾਡੇ ਅੱਜ ਦੇ ਮੌਸਮ ਟਾਈਮ ਦੇ, ਉਸ ਮੀਡੀਆ ਨੂੰ ਯੂਜ਼ ਕਰਕੇ ਆਪਣੇ ਬਾਰੇ ਦੱਸਣ। ਤੇ ਅੱਜ ਤੋਂ ਕੋਈ 14-15 ਸਾਲ ਪਹਿਲੇ ਇੱਥੇ ਡਾਕਟਰ ਰਾਜਾ ਬਲਰਾਜ ਦੇ ਬੇਟੇ, ਮਾਈ ਗ੍ਰੈਂਡਸਨ ਯੁਵਰਾਜ ਸਿੰਘ, ਇਸ ਨੇ ਇੱਕ ਟੀਵੀ ਦੇ ਉੱਤੇ ਪ੍ਰੋਗਰਾਮ ਕੀਤਾ ਸੀਗਾ ਜਿਸ ਵਿੱਚ ਬਹੁਤ ਛੋਟਾ ਜਿਹਾ ਬੱਚਾ ਸੀ। ਇਸਨੇ ਪਗੜੀ ਬੰਨ੍ਹ ਕੇ ਦਿਖਾਈ ਕਿ ਇਸ ਤਰ੍ਹਾਂ ਦਸਤਾਰ ਸਜਾਈ ਦੀ ਔਰ ਕਿਉਂ ਅਸੀਂ ਦਸਤਾਰ ਬੰਨ੍ਹਦੇ ਹਾਂ। ਸੋ ਦੈਟ ਆਈ ਫੈਲਟ ਵਾਜ਼ ਇਹ ਟ੍ਰੈਂਡ ਸੈਟਰ ਕਿ ਬੱਚੇ ਜੇ ਅਗਰ ਅੱਗੇ ਆ ਕੇ, ਨੌਜਵਾਨ ਅੱਗੇ ਆ ਕੇ ਬੱਚੇ ਇਹੋ ਜਿਹੀਆਂ ਗੱਲਾਂ ਕਰਨ, ਲੋਕਾਂ ਨੂੰ ਦੱਸਣ, ਤੇ ਸਕੂਲਾਂ ਵਿੱਚ ਔਰ ਇਸੇ ਤਰ੍ਹਾਂ ਦਫ਼ਤਰਾਂ ਵਿੱਚ, ਬਾਹਰ ਪਬਲਿਕ ਦੇ ਵਿੱਚ ਇਹਦੀ ਜਿਹੜੀ ਅਵੇਅਰਨੈਸ ਹੈ ਉਹ ਸੋਸ਼ਲ ਮੀਡੀਆ ਦੇ ਥਰੂ ਇਸ ਨੂੰ ਸਪਰੈਡ ਕਰਨ ਦੀ ਲੋੜ ਹੈ। ਸੋ ਇਟ ਵਾਜ਼ ਅ ਵੈਰੀ ਇੰਪੋਰਟੈਂਟ ਟੌਪਿਕ। ਆਈ ਕੰਪਲੀਮੈਂਟ ਬੋਥ ਆਫ ਥੀਸ ਜੈਂਟਲਮੈਨ, they have done a marvelous job. Thank you very much. ਵਾਹਿਗੁਰੂ ਜੀ ਕਾ ਖਾਲਸਾ। ਧੰਨਵਾਦ ਜੀ ਭੱਟੀ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਪ੍ਰੋਫੈਸਰ ਸਾਹਿਬ ਤੁਸੀਂ ਕੁਝ ਕਹਿਣ ਲੱਗੇ ਸੀਗੇ? ਹਾਂਜੀ, ਮੈਂ ਡਾਕਟਰ ਕਾਬਲ ਸਿੰਘ ਜੀ ਦੇ ਦਸਤਾਰ ਬਾਰੇ ਜੋ ਇਹਨਾਂ ਨੇ ਬੈਕਗਰਾਉਂਡ ਦੱਸੀ ਹੈ, ਪੁਰਾਤਨ ਕਾਲ ਤੋਂ ਔਰ ਧਰਮ ਦੇ ਨਾਲ ਖਾਸ ਕਰਕੇ ਸੰਬੰਧਿਤ, ਉਸ ਤੋਂ ਬੜਾ ਪ੍ਰਭਾਵਿਤ ਹੋਇਆ। ਵੀ ਦਸਤਾਰ ਦੀ ਕਾਫੀ ਲੰਮੀ ਪਿਛੋਕੜ ਹੈ ਇਹਦਾ, ਔਰ ਸਾਰਿਆਂ ਧਰਮਾਂ ਵਿੱਚ ਹੈ, ਸਾਰਿਆਂ ਦੇਸ਼ਾਂ ਵਿੱਚ ਹੈ। ਡਾਕਟਰ ਬਲਦੇਵ ਸਿੰਘ ਜੀ ਦੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੋਈ। ਮੈਂ ਐਡਮਿੰਟਨ
ਵਿੱਚ ਰਹਿੰਦਿਆਂ ਇੱਕ ਤਰ੍ਹਾਂ ਦੇ ਮੇਰੇ ਕਹਿ ਸਕਦਾ ਮੇਰੇ ਹੋਸ਼ ਸੀਗੇ। ਸਾਰਾ ਪਰਿਵਾਰ ਵੀ ਸਾਨੂੰ ਬਹੁਤ ਨਿਵਾਜਦਾ ਰਿਹਾ, ਅਸੀਂ ਬਹੁਤ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ। ਔਰ ਤੁਹਾਨੂੰ ਉੱਥੇ ਐਡਮਿੰਟਨ ਦੇ ਨਾਲ ਜਿਹੜਾ ਉੱਥੇ ਨਿਵਾਸ ਕੀਤਾ, ਉਹਦੇ ਨਾਲ ਇਹਨਾਂ ਦੀ ਯਾਦ ਸਾਡੇ ਹਿਰਦੇ ਵਿੱਚ ਵਸੀ ਹੋਈ ਹੈ ਉਦੋਂ ਦੀ। ਮੈਂ ਮਲੇਸ਼ੀਆ 2 ਸਾਲ ਰਿਹਾ, 75 ਤੋਂ 77, ਔਰ ਮੈਨੂੰ ਇੱਕ ਦਸਤਾਰ ਦਾ ਪੋਜ਼ਿਟਿਵ ਜੋ ਐਸਪੈਕਟ ਹੈ ਉਹ ਉੱਥੋਂ ਦੇਖਣ ਨੂੰ ਮਿਲਿਆ। ਮਲੇਸ਼ੀਆ ਤਕਰੀਬਨ 100 ਸਾਲ ਪਹਿਲਾਂ ਸਾਡੇ ਸਿੱਖ ਮਾਈਗ੍ਰੇਟ ਹੋ ਕੇ ਗਏ। ਉੱਥੇ ਅੰਗਰੇਜ਼ਾਂ ਨੇ, ਉਸ ਵੇਲੇ ਉਹਨਾਂ ਦਾ ਰਾਜ ਸੀ, ਤੇ ਉਹਨਾਂ ਨੇ ਇੱਕ ਸੈਮੀ ਜੋ ਹੈ ਪ੍ਰੋਟੈਕਟਿਵ ਸੰਸਥਾ ਬਣਾਈ ਸੀਗੀ, ਸਟੇਟਸ ਗਾਈਡਸ। ਉਹਦੇ ਵਾਸਤੇ ਉਹਨਾਂ ਨੇ ਸਿੱਖਾਂ ਨੂੰ ਭਰਤੀ ਕੀਤਾ, ਤੇ ਉਹ ਸਿੱਖ ਉਹ ਪੁਰਾਣੇ ਗਏ, ਉਹਨਾਂ ਨੂੰ ਬਹੁਤ ਸਾਰੀਆਂ ਪੁਰਾਤਨ ਪਰੰਪਰਾਵਾਂ ਉੱਥੇ ਚਲਾਈਆਂ ਹੋਈਆਂ। ਤੇ ਮੈਨੂੰ ਬੜਾ ਅਫਸੋਸ ਦਾ ਦੁੱਖ ਹੈ ਵੀ ਇੱਥੇ ਜਿਹੜੇ ਸਾਡੇ ਕੋਲ ਕੈਨੇਡਾ, ਅਮਰੀਕਾ ਜਾਂ USA ਸਿੱਖ ਆਉਂਦੇ ਆਏ ਹਨ, ਉਹਨਾਂ ਵਿੱਚੋਂ ਮੈਂ ਕਹਿ ਸਕਦਾ ਕਿ more than 50% originate from ਇੰਡੀਆ। ਔਰ ਬੜਾ ਅਫਸੋਸ ਹੁੰਦਾ ਵੀ ਗੁਰਦੁਆਰੇ ਵਿੱਚ ਵੀ ਅਸੀਂ ਗੁਰੂ ਘਰ ਦੀ ਸੇਵਾ ਕਰਦੇ ਰਹੇ ਹਾਂ, ਮਸਾਂ 10-12% ਸਿੱਖ ਜਿਹੜੇ ਆ ਉਹ ਦਸਤਾਰਧਾਰੀ ਦਿਸਦੇ ਆ। ਬੜੇ ਅਫਸੋਸ ਵਾਲੀ ਗੱਲ ਹੈ, ਪਤਾ ਨਹੀਂ ਕੀ ਦਸਤਾਰ ਨੂੰ ਕੀ ਇਹਨਾਂ ਨੂੰ ਹੋ ਗਿਆ। ਮੈਂ ਮਲੇਸ਼ੀਆ ਦਾ ਤੁਹਾਨੂੰ ਤਜਰਬਾ ਦੱਸਾਂ, ਉਸ ਵੇਲੇ ਉੱਥੇ ਕਮਿਊਨਿਸਟਾਂ ਦਾ ਬੜਾ ਜ਼ੋਰ ਸੀ। ਕਮਿਊਨਿਸਟ ਸਰਕਾਰ ਦੇ ਬੰਦਿਆਂ ਨੂੰ ਮਾਰਦੇ ਸੀਗੇ ਤੇ ਆਮ ਦੰਗਾ ਫੈਲਾਉਂਦੇ ਸੀ, ਤੇ ਆਉਂਦੇ ਜਾਂਦੇ ਟੈਕਸੀਆਂ ਵੀ ਬੱਸਾਂ ਵੀ ਚੈੱਕ ਕਰਦੇ ਸੀ ਫੌਜੀ। ਪਰ ਮੈਂ 2 ਸਾਲ ਲਗਾਤਾਰ ਉੱਤਰ ਤੋਂ ਦੱਖਣ ਤੱਕ, ਈਵਨ ਸਿੰਗਾਪੁਰ ਤੱਕ ਜਾਂਦਾ ਰਿਹਾ, ਪਰ ਇੱਕ ਬੰਦੇ ਨੂੰ ਕਦੇ ਮੈਨੂੰ ਨਹੀਂ ਪੁੱਛਿਆ ਵੀ ਤੂੰ ਕੌਣ ਹੈ ਤੇ ਕਿੱਥੋਂ ਆਇਆ, ਤੇ ਕੋਈ ਮੇਰਾ ਕੋਈ ਦੇਖਿਆ ਹੋਵੇ ਪਾਸਪੋਰਟ। ਉੱਥੇ ਦਸਤਾਰ ਦੀ ਇਤਨੀ ਮਾਨਤਾ ਹੈ, ਔਰ ਤਕਰੀਬਨ 50% ਘੱਟੋ ਘੱਟ ਪਰਿਵਾਰਾਂ ਨੇ ਆਪਣਾ ਸਰੂਪ ਸੋਹਣੀ ਤਰ੍ਹਾਂ ਕਾਇਮ ਰੱਖਿਆ ਹੋਇਆ। ਮੈਨੂੰ ਬੜਾ ਉੱਥੇ ਚੰਗਾ ਲੱਗਾ। ਔਰ ਇੱਕ ਹੋਰ ਵੱਡੀ ਗੱਲ ਇਹ ਹੈ ਵੀ ਉੱਥੇ ਇੱਕ ਸੰਸਥਾ ਹੈ, ਖਾਲਸਾ ਦੀਵਾਨ ਮਲੇਸ਼ੀਆ, ਉਹਨਾਂ ਨੇ ਪੰਜਾਬੀ ਅਕੈਡਮੀ ਬਣਾਈ ਹੋਈ ਹੈ। ਉਹ ਆਪਣੇ ਆਪ ਹੀ ਪੁਸਤਕਾਂ ਸਪਲਾਈ ਕਰਦੇ ਹਨ, ਇਮਤਿਹਾਨ ਲੈਂਦੇ ਹਨ, ਔਰ ਟੀਚਰ ਕੋਈ 2-3 ਦਰਜਨ ਸ਼ਹਿਰਾਂ ਵਿੱਚ ਮਲੇਸ਼ੀਆ ਵਿੱਚ ਉਹਨਾਂ ਨੇ ਸਕੂਲ ਖੋਲੇ ਹੋਏ ਪੰਜਾਬੀ ਦੇ। ਸਰਕਾਰ ਵੀ ਉਹਨਾਂ ਦੀ ਮਦਦ ਕਰਦੀ ਹੈ। ਤੋ ਇਸ ਤਰ੍ਹਾਂ ਦੇ ਪ੍ਰਚਾਰ ਸਾਨੂੰ ਕਰਨੇ ਚਾਹੀਦੇ। ਹੁਣ ਇੱਥੇ ਮਾਫ ਕਰਨਾ, ਸਾਡੇ ਟੀਵੀਆਂ ਤੇ ਜਿਹੜੇ ਚੈਨਲ ਚੱਲਦੇ ਆ, ਅੱਧੀਆਂ ਨੰਗੀਆਂ ਕੁੜੀਆਂ ਨਚਾ ਦਿੰਦੇ ਨੇ ਲੋਕ, ਪਰ ਕੋਈ ਦੀਵਾਨਾ ਦਾ ਕੋਈ ਚੈਨਲ ਹੋਵੇ ਤੁਹਾਡੇ ਵਰਗਿਆਂ ਦਾ, ਜਿਹੜਾ ਸਿੱਖੀ ਬਾਰੇ ਦੱਸੇ, ਕਿ ਗੱਲ ਨੂੰ ਖੋਲ ਕੇ ਅੰਗਰੇਜ਼ੀ ਵੀ ਦੱਸੇ, ਇਹਨਾਂ ਗੋਰਿਆਂ ਨੂੰ ਦੱਸੇ। ਪਿੱਛੇ ਜਦੋਂ ਸਾਡਾ ਮਾਰ ਪਈ ਸਾਨੂੰ ਉਹ 9/11 ਤੋਂ ਬਾਅਦ, ਉਹ ਪਤਾ ਨਹੀਂ ਕਿਸੇ ਨੂੰ ਅਸੀਂ ਕੌਣ ਹੁੰਦੇ ਆ। ਤੋ ਪ੍ਰਚਾਰ ਦਾ ਸੋਹਣਾ ਢੰਗ ਹੋਣਾ ਚਾਹੀਦਾ। ਸੋ ਮੈਂ ਬਹੁਤ ਖੁਸ਼ ਹੋਇਆ ਤੁਹਾਡੇ ਦਰਸ਼ਨ ਕਰਕੇ ਔਰ ਤੁਹਾਡੇ ਵਿਚਾਰ ਸੁਣ ਕੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਬਲਦੇਵ ਸਿੰਘ ਜੀ, ਟਾਈਮ ਜ਼ਰੂਰ ਦੇਣਾ ਜੀ ਕਾਲਾ ਸਿੰਘ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਹਮੇਸ਼ਾ ਟਾਈਮ ਹੈ ਜੀ ਤੁਹਾਡੇ ਵਾਸਤੇ, ਪਲੀਜ਼ ਗੋ ਅਹੈਡ। ਨਹੀਂ, ਪਹਿਲਾਂ ਜਿਹਨਾਂ ਦੇ ਬਾਕੀ ਦਾ ਹੱਥ ਖੜੇ ਨੇ, ਪਹਿਲਾਂ ਉਹਨਾਂ ਦਾ ਪਹਿਲਾਂ ਦੇ ਦਿਓ। ਨਹੀਂ, ਯੂ ਗੋ ਅਹੈਡ। ਓਕੇ ਜੀ। ਇਹਨਾਂ ਨੇ ਕੰਗ੍ਰੈਚੁਲੇਸ਼ਨਸ ਕਬਰ ਸਿੰਘ ਉਹਨਾਂ ਨੂੰ ਤੇ ਬਲਦੇਵ ਸਿੰਘ ਉਹਨਾਂ ਨੂੰ। ਇਟ ਵਾਸ ਅ ਰੀਲੀ ਗੁੱਡ ਪ੍ਰੋਗਰਾਮ, ਗੁੱਡ ਪ੍ਰੈਜੈਂਟੇਸ਼ਨ। ਤੇ ਮੇਰੀ ਇਹਦੇ ਉੱਪਰ 2 YouTubes ਨੇ, ਇੱਕ ਪੰਜਾਬੀ ਦੇ ਵਿੱਚ ਤੇ ਇੱਕ ਇੰਗਲਿਸ਼ ਦੇ ਵਿੱਚ। ਤੇ ਹੁਣ ਪ੍ਰਚਾਰ ਦੀ ਗੱਲ ਹੋ ਰਹੀ ਸੀਗੀ। ਮੈਂ ਇੱਥੇ ਮਲਟੀਕਲਚਰਲ ਡੇਜ਼ ਮਨਾਏ ਜਾਂਦੇ ਸੀ, ਤੇ ਮੈਨੂੰ ਕਿਹਾ ਜਾਂਦਾ ਸੀਗਾ ਕਿ ਤੁਸੀਂ ਡਿਫਰੈਂਟ ਕਮਿਊਨਿਟੀ ਸੈਂਟਰਸ ਜਾ ਕੇ ਤੇ ਦਸਤਾਰ ਦੇ ਬਾਰੇ ਪ੍ਰੈਜੈਂਟੇਸ਼ਨ ਦਿਓ। ਤੇ ਉਹਦੇ ਵਿੱਚ ਮੈਨੂੰ ਇੱਕ ਵਾਰੀ ਇੱਕ ਮੁਸਲਿਮ ਲੇਡੀ ਨੇ ਆ ਕੇ ਕਿਹਾ ਕਿ ਤੁਸੀਂ ਆਪਣੇ ਸਿੱਖ ਲੇਡੀਜ਼ ਦੇ ਬਾਰੇ ਦੱਸਿਆ ਕਿ ਉਹ ਵੀ ਦਸਤਾਰ ਸਜਾਉਂਦੀਆਂ ਨੇ, ਤੇ ਤੁਸੀਂ ਸਾਡੇ ਬਾਰੇ ਮੁਸਲਿਮ ਲੇਡੀਜ਼ ਦੇ ਬਾਰੇ ਨਹੀਂ ਦੱਸਿਆ ਕਿ ਅਸੀਂ ਵੀ ਹਿਜਾਬ ਪਾਉਂਦੇ ਹਾਂ। ਵਾਈ ਡੋਂਟ ਯੂ ਐਡ ਇਟ? ਤੇ ਇਸ ਤਰੀਕੇ ਨਾਲ ਮੈਂ ਉਹ 'ਚ ਬੜੀਆਂ ਐਡੀਸ਼ਨਸ ਕੀਤੀਆਂ ਨੇ। ਫਿਰ ਮੈਨੂੰ ਕਿਸੇ ਨੇ ਵੀ ਕਿਹਾ ਕਿ ਵਾਈ ਡੋਂਟ ਯੂ ਮੇਕ ਅ YouTube ਐਂਡ ਪੁੱਟ ਇਟ ਇਨ ਇੰਗਲਿਸ਼ ਫॉर ਆਵਰ ਇੰਗਲਿਸ਼ ਫਰੈਂਡਸ। ਤੇ ਉਹ ਫਿਰ ਮੈਂ ਇੱਕ ਇੰਗਲਿਸ਼, ਮੈਂ ਡਾਕਟਰ ਸਾਹਿਬ ਤੁਹਾਨੂੰ ਮੈਂ ਭੇਜਾਂਗਾ ਦੋਨੋਂ, ਤੁਸੀਂ ਸਬਮਿਟ ਕਰਨਾ। ਤੇ ਮੈਂ ਇੱਕ ਐਡੀਸ਼ਨ ਹੀ ਸਿਰਫ ਕਰਨੀ ਸੀਗੀ 1-2, ਕਿ ਜਿਹੜੀ ਦਸਤਾਰ ਵਾ ਇਹ ਬਿਬਲੀਕਲ ਟਾਈਮ ਤੋਂ ਓਲਡ ਟੈਸਟਾਮੈਂਟ ਦੇ ਵਿੱਚ ਇਹਦੇ ਬਾਰੇ ਬਹੁਤ ਜ਼ਿਆਦਾ ਲਿਖਿਆ ਗਿਆ ਵਾ। ਐਂਡ ਇਟ ਵਾਸ ਏ ਸਪਿਰਿਚੁਅਲ ਕਰਾਊਨ ਐਟ ਦੈਟ ਟਾਈਮ। ਔਰ ਮੇਰੇ ਕੋਲ ਉਹਦੀਆਂ ਰਾਈਟਿੰਗਸ ਵੀ ਹੈਗੀਆਂ ਨੇ। ਐਂਡ ਸਮ ਆਫ ਮਾਈ ਕ੍ਰਿਸਚੀਅਨ ਫਰੈਂਡਸ, ਜਦੋਂ ਮੈਂ ਪ੍ਰੈਜੈਂਟੇਸ਼ਨ ਕਰਦਾ ਸੀਗਾ, ਦੇ ਚੈੱਕਡ ਇਟ ਐਂਡ ਦੇ ਰੋਟ ਬੈਕ ਟੂ ਮੀ ਕਿ we never knew that the star was during biblical times also.
ਕਿ ਜੋਸ਼ੂਆ ਨੂੰ ਵੀ ਪਾਈ ਸੀਗੀ ਰੱਬ ਨੇ, ਉਹਨੂੰ ਗੋਡ ਨੇ, ਵਗੈਰਾ ਵਗੈਰਾ। ਤੇ ਮੁਸਲਿਮ ਧਰਮ ਦੇ ਵਿੱਚ ਵੀ ਕਿ ਮੁਹੰਮਦ ਸਾਹਿਬ ਦੇ ਮੇਰੇ ਕੋਲ ਹੈਗੇ ਨੇ ਹਦੀਸ ਲਿਖੀਆਂ ਹੋਈਆਂ, ਉਹਨਾਂ ਨੇ ਕਿਹਾ ਕਿ ਜਿੰਨੀ ਕਿ ਟਰਨਸ ਪੱਗ ਦੀਆਂ ਸਿਰ ਦੇ ਉੱਪਰ ਇੱਕ ਮੁਸਲਮਾਨ ਬੰਨੇਗਾ, ਉਨੀ ਉਸਨੂੰ ਅੱਲਾ ਦੇ ਵੱਲੋਂ ਜ਼ਿਆਦਾ ਲਾਈਟ ਮਿਲੇਗੀ। ਤੇ ਇਹਦੇ ਤੇ ਮੇਰੀ YouTube 'ਤੇ ਇਹ ਵੀ ਹੈ ਕਿ ਹਾਊ ਮੁਸਲਿਮ ਟਰਬਨ ਪੱਗ ਇਜ਼ ਡਿਫਰੈਂਟ ਫਰੋਮ ਏ ਸਿੱਖ ਟਰਬਨ, ਇਹਦੇ ਵਿੱਚ ਵੀ ਹੈ। ਤੇ ਇੱਕ ਛੋਟੀ ਜਿਹੀ ਐਡੀਸ਼ਨ ਕਰਾਂਗਾ ਮੈਂ, ਬੜੀ ਇੰਟਰਸਟਿੰਗ ਹੈ ਇਹ, ਕਿ ਡੂਰਿੰਗ ਬ੍ਰਿਟਿਸ਼ ਟਾਈਮ, ਡੂਰਿੰਗ ਮੁਸਲਿਮ ਟਾਈਮ ਇਨ ਇੰਡੀਆ, ਉਹਨਾਂ ਨੇ ਜਿੱਦਾਂ ਹੁਣ ਡਾਕਟਰ ਸਾਹਿਬ ਹੁਣਾਂ ਨੇ ਵੀ ਦੱਸਿਆ ਕਿ ਸਿਰਫ ਮੁਸਲਮਾਨਾਂ ਨੂੰ ਅਲਾਉਡ ਸੀਗਾ। ਉਹਦੇ ਵਿੱਚ ਉਹਨਾਂ ਨੇ ਦੋ ਚੀਜ਼ਾਂ ਕੀਤੀਆਂ ਸੀ ਉਸ ਵੇਲੇ। ਇੱਕ ਤਾਂ ਕਿ ਸਿਰਫ ਸਵਾਏ ਮੁਸਲਿਮ ਦੇ ਕੋਈ ਪੱਗ ਨਹੀਂ ਰੱਖ ਸਕਦਾ, ਪਰ ਗੁਰੂ ਸਾਹਿਬਾਂ ਨੇ ਉਸ ਦੇ ਅਗੇਂਸਟ ਬਾਕੀ ਦਸਤਾਰ ਸਜਾਈ। ਦੂਜੀ ਉਹਨਾਂ ਨੇ ਇਹ ਕੀਤੀ ਸੀਗੀ ਕਿ ਜਿਹੜੀਆਂ ਕੁੜੀਆਂ ਨੇ, ਬਾਕੀ ਇਟ ਵਾਸ ਏ ਸਾਈਨ ਆਫ ਸਲੇਵਰੀ, ਵੀ ਸਿਰਫ ਮੁਸਲਮਾਨ ਦੇ ਸਿਵਾਏ ਹੋਰ ਕੋਈ ਦਸਤਾਰ ਨਹੀਂ ਸਜਾ ਸਕਦਾ। ਔਰ ਔਰਤਾਂ ਦੇ ਵਾਸਤੇ ਉਹਨਾਂ ਨੇ ਇਹ ਕੀਤਾ ਸੀਗਾ ਐਜ ਏ ਸਾਈਨ ਆਫ ਸਲੇਵਰੀ ਕਿ ਕੁੜੀ ਜਿਹੜੀ ਹੈ ਉਹ ਆਪਣੇ ਨੱਕ ਦੇ ਵਿੱਚ ਨੱਥ ਪਾ ਕੇ ਰੱਖੇਗੀ, ਔਰ ਜਦੋਂ ਉਹ ਕੁੜੀ ਏਜ ਤੇ ਆ ਜਾਂਦੀ ਸੀਗੀ, ਜਦੋਂ ਉਹਦੇ ਮੈਚੂਰੇਸ਼ਨ ਸ਼ੁਰੂ ਹੋ ਜਾਂਦੇ ਸੀਗੇ 12-13 ਸਾਲ ਦੀ ਉਮਰ ਦੇ ਵਿੱਚ, ਸ਼ੀ ਹੈਡ ਟੂ ਬੀ ਟੇਕਨ ਟੂ ਦ ਲੋਕਲ ਮੁਸਲਿਮ ਲੀਡਰ ਨੱਥ ਉਤਰਵਾਉਣ ਦੇ ਵਾਸਤੇ। ਸੋ ਸ਼ੀ ਹੈਜ਼ ਟੂ ਸਪੈਂਡ ਦ ਨਾਈਟ ਵਿਦ ਦ ਲੋਕਲ ਮੁਸਲਿਮ ਲੀਡਰ, ਉਹ ਜਿਹੜਾ ਉੱਥੇ ਦਾ ਹੁੰਦਾ ਸੀਗਾ, ਰਾਤ ਉਹਦੇ ਨਾਲ ਬਿਤਾ ਕੇ ਉਹ ਫਿਰ ਨੱਥ ਉਤਾਰ ਕੇ ਤੇ ਉਹ ਕੋਕਾ ਪਾ ਜਾਂਦਾ ਸੀਗਾ। ਸੋ ਦੈਟ ਵਾਸ ਸਾਈਨ ਕਿ ਨਾਓ ਸ਼ੀ ਕੈਨ ਗੈਟ ਮੈਰਿਡ ਵਿਦਆਊਟ ਸ਼ੀ। ਸੋ ਥੀਸ ਆਰ ਟੂ ਥਿੰਗਸ ਆਫ ਸਲੇਵਰੀ ਜਿਹੜੇ ਮੁਸਲਮਾਨਾਂ ਨੇ ਸ਼ੁਰੂ ਕੀਤੀ ਸੀਗੀਆਂ, ਔਰ ਗੁਰੂ ਸਾਹਿਬਾਂ ਨੇ ਇਸ ਦੇ ਅਗੇਂਸਟ ਕਿ ਸਰਦਾਰ ਦਸਤਾਰ ਵੀ ਸਜਾਏਗਾ, ਔਰ ਜਿਹੜੀਆਂ ਕੁੜੀਆਂ ਨੇ ਉਹ ਗਹਿਣੇ, ਜੋ ਗਹਿਣੇ ਕਹਿੰਦੇ ਸੀਗੇ ਵੀ ਕੰਨ ਦੇ ਵਿੱਚ ਨੱਥ ਨਹੀਂ ਪਾਏਗੀ, ਕੋਕਾ ਨਹੀਂ ਪਾਏਗੀ। ਇਹ ਉਸ ਵੇਲੇ ਤੋਂ ਸ਼ੁਰੂ ਹੋਇਆ ਆ। ਤੇ ਬਾਕੀ ਬਲਦੇਵ ਸਿੰਘ ਹੋਣਾ ਜੀ, ਕਾਬਲ ਸਿੰਘ ਜੀ, ਵੈਰੀ ਗੁੱਡ ਪ੍ਰੈਜੈਂਟੇਸ਼ਨ, ਐਂਡ ਆਈ ਵਿਲ ਸੈਂਡ ਯੂ the link for both YouTubes। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ, ਧੰਨਵਾਦ ਜੀ ਕਾਲਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਕਿਸੇ ਦਾ ਵੀ ਕੋਈ ਅਗਰ ਕਮੈਂਟ ਸਵਾਲ ਹੈ ਤੇ ਹਾਂਜੀ ਜਸਪੀਰ ਆਂਟੀ ਪਲੀਜ਼ ਗੋ ਅਹੈਡ ਜੀ। ਤੁਹਾਨੂੰ ਪਤਾ ਮੈਂ ਬੋਲ ਕੇ ਇੰਨਾ ਐਕਸਪਲੇਨ ਤਾਂ ਨਹੀਂ ਕਰ ਸਕਦੀ, ਪਰ ਆਪਾਂ ਨੂੰ ਦਸਤਾਰ ਜਾਂ ਪੱਗ ਦਾ ਲਫ਼ਜ਼ ਹੀ ਵਰਤਣਾ ਚਾਹੀਦਾ, ਸਾਨੂੰ ਪਗੜੀ ਦਾ ਨਾਂ ਨਹੀਂ ਵਰਤਣਾ ਚਾਹੀਦਾ, ਕਿਉਂਕਿ ਪਗੜੀ ਕਹਿਣ ਨਾਲ ਸਾਡੀ ਪੱਗ ਦੀ ਜਾਂ ਦਸਤਾਰ ਦੀ ਇੰਨੀ ਸਾਨੂੰ ਰਿਸਪੈਕਟ ਨਹੀਂ ਮਿਲਦੀ ਆ। ਤੇ ਜੇ ਅਸੀਂ ਸਭ ਨੂੰ, ਜਿਹੜੇ ਵੀ ਹੋਰ ਕੌਮਾਂ ਦੇ ਵੀ, ਹੋਰ ਧਰਮਾਂ ਦੇ ਵੀ ਪੱਗ ਬੰਨ੍ਹਦੇ ਆ, ਉਹ ਪਗੜੀ ਕਹਿੰਦੇ ਆ, ਸਾਨੂੰ ਸਭ ਉਹਨਾਂ ਨੂੰ ਵੀ ਪੱਗ ਕਹਿਣਾ ਚਾਹੀਦਾ, ਕਹਿ ਕੇ ਬੁਲਾਉਣਾ ਚਾਹੀਦਾ, ਤਾਂ ਕਿ ਸਾਰੀ ਸੰਖਿਆ ਵੱਧਦੀ ਆ। ਬਿਲਕੁਲ ਠੀਕ ਹੈ ਜੀ। ਮੈਂ ਤਾਂ ਇੰਨਾ ਕੀ ਕਹਿਣਾ ਹੈ ਬਸ, ਪਗੜੀ ਕਹਿਣਾ ਮੈਨੂੰ ਅੱਛਾ ਨਹੀਂ ਲੱਗਿਆ। ਬਿਲਕੁਲ ਠੀਕ ਹੈ ਭੈਣ ਜੀ। ਅਸੀਂ ਜਿਹੜਾ ਮੈਂ ਉਹ ਲਿਖਿਆ ਨਾ, ਜੋ ਮੈਂਸ਼ਨ ਕੀਤਾ ਸੀ, ਉਹ ਵੱਖਰੇ ਲਫ਼ਜ਼ ਵਰਤੇ ਗਏ ਨੇ ਵੱਖਰੇ ਥਾਂ ਤੇ। ਤੇ ਜਿਵੇਂ ਗੁਰਬਾਣੀ ਦੇ ਵਿੱਚ ਵੀ ਕੁਝ ਸ਼ਬਦ 4-5 ਸੀ ਕਿ ਉਹਦੇ ਵਿੱਚ ਵੀ ਥੋੜੇ ਵੱਖਰੇ ਗੁਰਬਾਣੀ ਦੇ ਵਿੱਚੋਂ ਸ਼ਬਦ ਨੇ। ਪਰ ਫਿਰ ਵੀ ਆਪਾਂ ਧੰਨਵਾਦ ਜੀ। ਕਹਿ ਸਕਦੇ ਹਾਂ ਨਾ, ਹਾਂਜੀ, ਆਪਾਂ ਉਹਨੂੰ ਪੱਗ ਕਹਿ ਸਕਦੇ ਹਾਂ, ਰਾਈਟ? ਆਪਾਂ ਤੇ ਦਸਤਾਰ ਹੀ ਹੈ ਜੀ, ਵਧੀਆ ਕਹਿਣੀ ਚਾਹੀਦੀ ਹੈ। ਮੈਂ ਤੇ ਦਸਤਾਰ ਜਾਂ ਪੱਗ ਹੀ ਬੈਸਟ, ਆਪਾਂ ਨੂੰ ਦਸਤਾਰ ਹੀ ਕਹਿਣੀ ਚਾਹੀਦੀ ਹੈ ਜੀ। ਜੇ ਮੇਰੀ ਹੋਵੇ ਤਾਂ ਦਸਤਾਰ ਹੀ ਕਹਿਣੀ ਚਾਹੀਦੀ, ਪੱਗ ਵੀ ਨਹੀਂ ਲੋੜ, ਦਸਤਾਰ ਹੀ ਕਹੋ। ਨਹੀਂ ਚਲੋ, ਉਹ ਤਾਂ ਹੁਣ ਪੱਗ ਦਾ ਲਫ਼ਜ਼ ਤੇ ਆਪਣੇ ਸਾਰੇ ਬਹੁਤ ਪ੍ਰਚਲਿਤ ਹੈ ਨਾ ਪੱਗ। ਹਾਂਜੀ। ਸੋ ਸਾਰਿਆਂ ਦਾ ਬਹੁਤ ਧੰਨਵਾਦ ਹੈ ਜੀ। ਮੈਂ ਇੱਕ ਕੁਇਕ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਕਿਸੇ ਨੇ ਐਕਚੁਅਲੀ ਇਸ ਚੀਜ਼ ਦੇ ਉੱਤੇ PhD ਵੀ ਕੀਤੀ ਹੈ। ਜਿਸ ਵੇਲੇ ਡਾਕਟਰ ਕਾਬਲ ਸਿੰਘ ਹਣਾ ਨੇ, ਡਾਕਟਰ ਬਲਦੇਵ ਸਿੰਘ ਨੇ ਇਸ ਟੌਪਿਕ ਦਾ ਜ਼ਿਕਰ ਮੇਰੇ ਨਾਲ ਕੀਤਾ, ਤੇ ਮੈਂ ਵੀ ਥੋੜਾ ਜਿਹਾ ਆਊਟ ਆਫ ਕਿਉਰਿਓਸਿਟੀ ਦੇਖਣ ਦੀ ਕੋਸ਼ਿਸ਼ ਕੀਤੀ। ਤੇ ਕਿਸੇ ਨੇ ਇੱਕ ਐਕਚੁਅਲੀ PhD ਕੀਤੀ ਹੈ ਕਿ ਸਿੱਖ ਟਰਬਨ ਜਿਹੜੀ ਹੈ ਉਹ ਡਿਕਲਾਈਨ ਦੇ ਵਿੱਚ ਕਿਉਂ ਹੈ, ਔਰ ਉਹਨਾਂ ਨੇ ਉਸ ਦੇ ਵਿੱਚ ਕਈ ਫੈਕਟਰਸ ਜਿਹੜੇ ਨੇ ਉਸ ਨੂੰ ਐਨਾਲਾਈਜ਼ ਵੀ ਕੀਤਾ ਹੈ। ਤੇ ਉਹਨਾਂ ਨੇ ਆਪਣੀ ਜਿਹੜੀ PhD ਦਾ ਥੀਸਿਸ ਹੈ ਉਸ ਨੂੰ ਇੱਕ ਈ-ਬੁੱਕ ਦੇ ਵਿੱਚ ਕਨਵਰਟ ਕੀਤਾ ਹੋਇਆ ਹੈ। ਮੈਂ ਉਹ ਲਿੰਕ ਜਿਹੜਾ ਹੈ ਸ਼ੇਅਰ ਵੀ ਕਰ ਸਕਦਾ ਸਾਰਿਆਂ ਦੇ ਨਾਲ। ਤੇ ਸੋ ਆਈ ਫਾਊਂਡ ਦਿਸ ਕੁਆਇਟ ਇੰਟਰਸਟਿੰਗ ਕਿ ਜਿਹੜੇ ਕੁਝ ਕਾਰਨ
ਡਾਕਟਰ ਸਾਹਿਬ ਹਣਾ ਨੇ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਆਇਡੈਂਟੀਫਾਈ ਕੀਤੇ, ਉਹ ਇੱਕ ਬਕਾਇਦਾ ਡੈਡੀਕੇਟਿਡ ਤਰੀਕੇ ਦੇ ਨਾਲ ਕੀਤੀ ਹੋਈ ਜਿਹੜੀ ਰਿਸਰਚ ਹੈ, ਉਸ ਰਿਸਰਚ ਸਕਾਲਰ ਨੇ ਵੀ ਉਹੀ ਕਿਸਮ ਦੀਆਂ ਚੀਜ਼ਾਂ ਆਇਡੈਂਟੀਫਾਈ ਕੀਤੀਆਂ ਨੇ। ਤੇ ਸੋ ਰੀਜ਼ਨ ਕੋਈ ਵੀ ਹੋਵੇ, ਗੁਰੂ ਸਾਹਿਬ ਨੇ ਜਿਹੜੀ ਬਖਸ਼ਿਸ਼ ਕੀਤੀ ਹੈ, ਜਿਸ ਤਰ੍ਹਾਂ ਡਾਕਟਰ ਕਾਬਲ ਸਿੰਘ ਨੇ ਸ਼ੁਰੂ 'ਚ ਕਿਹਾ ਸੀਗਾ ਕਿ ਦਸਤਾਰ ਦਾ ਮਤਲਬ ਕੀ ਹੈ, ਫਾਰਸੀ ਤੋਂ ਇਹ ਵਰਡ ਮਿਡਲ ਈਸਟ ਤੋਂ ਆਇਆ ਹੈ ਔਰ ਦਸਤੇ ਯਾਰ ਤੋਂ ਇਹ ਆਇਆ ਹੈ। ਤੇ ਅਗਰ ਗੁਰੂ ਸਾਹਿਬ ਨੇ ਸਾਡੇ ਉੱਤੇ ਇੰਨੀ ਬਖਸ਼ਿਸ਼ ਕੀਤੀ ਹੈ ਕਿ ਉਸ ਪ੍ਰਮਾਤਮਾ ਦਾ ਔਰ ਉਹਨਾਂ ਨੇ ਆਪਣਾ ਹੱਥ ਜਿਹੜਾ ਸਾਡੇ ਸਿਰ ਤੇ ਰੱਖਿਆ ਹੈ, ਤੇ ਵਿਚਾਰ ਕਰਨ ਦੀ ਗੱਲ ਹੈ ਵੀ ਅਸੀਂ ਉਸ ਦਾ ਹੱਥ ਆਪਣੇ ਸਿਰ ਤੋਂ ਕਿਉਂ ਹਟਾ ਰਹੇ ਹਾਂ। ਕਿ ਅਸੀਂ ਇੰਨੇ ਖੁਦਗਰਜ਼ ਹੋ ਗਏ ਹਾਂ ਕਿ ਸਾਨੂੰ ਇਸ ਗੱਲ ਦੀ ਸਮਝ ਨਹੀਂ ਰਹੀ ਕਿ ਪ੍ਰਮਾਤਮਾ ਦਾ ਜਿਹੜਾ ਹੱਥ ਸਾਡੇ ਉੱਤੇ ਹੈ, ਉਸ ਦੇ ਬਖਸ਼ਿਸ਼ ਨਾਲ ਹੀ ਸਭ ਕੁਝ ਚੱਲ ਰਿਹਾ, ਸਾਰੀ ਦੁਨੀਆ ਚੱਲ ਰਹੀ ਹੈ, ਔਰ ਅਸੀਂ ਆਪਣੇ ਆਪ ਆਪਣੇ ਹੱਥਾਂ ਦੇ ਨਾਲ ਉਸ ਪ੍ਰਮਾਤਮਾ ਦਾ ਹੱਥ ਜਿਹੜਾ ਆਪਣੇ ਸਿਰ ਤੋਂ ਹਟਾ ਰਹੇ ਹਾਂ। ਤੇ ਪਰ ਇਹ ਇੱਕ ਬੜੀ ਇੰਪੋਰਟੈਂਟ ਗੱਲ ਹੈ, ਜਿਸ ਤਰ੍ਹਾਂ ਪ੍ਰੋਫੈਸਰ ਮਨਿੰਦਰ ਸਿੰਘ ਨੇ ਵੀ ਕਿਹਾ ਕਿ ਪ੍ਰਚਾਰ ਦੀ, ਪਾਪਾ ਨੇ ਵੀ ਜ਼ਿਕਰ ਕੀਤਾ ਵੀ ਪ੍ਰਚਾਰ ਦੀ ਲੋੜ ਹੈ, ਇੱਕ ਐਜੂਕੇਸ਼ਨ ਦੀ ਲੋੜ ਹੈ, ਐਂਡ ਮੋਰ ਇੰਪੋਰਟੈਂਟਲੀ ਅਗਰ ਅਸੀਂ ਡਾਕਟਰ ਬਲਦੇਵ ਸਿੰਘ ਨੇ ਅਖੀਰ ਦੇ ਉੱਤੇ ਜਿਹੜੀ ਕਵਿਤਾ ਵੀ ਸੁਣਾਈ ਬਿਲਕੁਲ ਐਂਡ ਦੇ ਉੱਤੇ, ਕਿ ਅਗਰ ਅਸੀਂ ਉਸ ਚੀਜ਼ ਨੂੰ ਪ੍ਰਡੋਮੀਨੈਂਟਲੀ ਖੁਦ ਵੇਅਰ ਕਰਾਂਗੇ ਤੇ ਉਸ ਦੇ ਵਿੱਚ ਖੁਦ ਪ੍ਰਾਈਡ ਮਹਿਸੂਸ ਕਰਾਂਗੇ, ਤੇ ਹੋਰ ਵੀ ਜਿਹੜੇ ਨੇ ਉਸ ਨੂੰ ਐਜ਼ ਐਨ ਆਊਟਸਾਈਡ ਚੀਜ਼ ਨਹੀਂ ਦੇਖਣਗੇ। ਮੇਰੀ ਇੱਕ ਵਾਰੀ ਕਿਸੇ ਨਾਲ ਗੱਲ ਹੋ ਰਹੀ ਸੀ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਉਹ ਟਾਈਮ ਦੂਰ ਨਹੀਂ ਹੈ ਕਿ ਜਿਸ ਵੇਲੇ ਸਿੱਖਾਂ ਦੇ ਵਿੱਚ ਇੱਕ ਡਿਫਰੈਂਸ਼ੀਏਸ਼ਨ ਹੋਣੀ ਸ਼ੁਰੂ ਹੋ ਗਈ ਹੈ, ਜਿਹੜੀ ਸਿੱਖਾਂ ਨੇ ਨਹੀਂ ਕੀਤੀ, ਹੋਰਾਂ ਨੇ ਕੀਤੀ ਹੈ। ਉਹ ਡਿਫਰੈਂਸ਼ੀਏਸ਼ਨ ਇਹ ਹੈ ਕਿ ਜੀ ਇਹ ਮੋਡਰੇਟ ਹੈ ਔਰ ਇਹ ਰੈਡੀਕਲ ਹੈ। ਠੀਕ ਹੈ, ਇਹ ਆਲਰੇਡੀ ਗੱਲ ਹੋਣੀ ਸ਼ੁਰੂ ਹੋ ਗਈ ਹੈ ਕਿ ਜਿਸ ਹਿਸਾਬ ਨਾਲ ਤੁਸੀਂ ਆਪਣੀ ਦਸਤਾਰ ਬੰਨ੍ਹਦੇ ਹੋ, ਉਸ ਸਟਾਈਲ ਨੂੰ ਲੈ ਕੇ ਲੋਕੀ ਜਿਹੜੇ ਨੇ ਤੁਹਾਨੂੰ ਮੋਡਰੇਟ ਜਾਂ ਰੈਡੀਕਲ ਕਹਿੰਦੇ ਨੇ। ਕੋਈ ਦੁਮਾਲਾ ਬੰਨ ਰਿਹਾ ਹੈ ਜਾਂ ਕੋਈ ਦਸਤਾਰ ਸਜਾ ਰਿਹਾ, ਸਟਾਈਲ ਉਹਦਾ ਕੀ ਹੈ। ਉਹ ਵੀ ਟਾਈਮ, ਜਿਸ ਬੰਦੇ ਨਾਲ ਮੇਰੀ ਗੱਲ ਹੋ ਰਹੀ ਸੀ ਉਹਨੇ ਮੈਨੂੰ ਇਹ ਗੱਲ ਕਹੀ ਕਿ ਉਹ ਟਾਈਮ ਦੂਰ ਨਹੀਂ ਹੈ ਕਿ ਜਿਸ ਵੇਲੇ ਇਹ ਵੀ ਕਿਹਾ ਜਾਏਗਾ ਕਿ ਜਿਹੜਾ ਬੰਦਾ ਸਿਰ ਤੇ ਦਸਤਾਰ ਸਜਾਉਂਦਾ ਹੈ ਉਹ ਰੈਡੀਕਲ ਹੈ, ਜਿਹੜਾ ਕਲੀਨ ਸ਼ੇਵਨ ਹੈ ਉਹ ਮੋਡਰੇਟ ਹੈ। ਠੀਕ ਹੈ, ਸੋ ਉਹ ਟਾਈਮ ਜਿਹੜਾ ਉਹ ਸਾਡੇ ਤੇ ਆਇਆ ਖੜਾ। ਦ ਥਿੰਗ ਇਜ਼ ਕਿ ਆਰ ਵੀ ready to stand up and take pride in who we are. So I think a bੜੀ important ਹੈ topic presentation, ਤੇ ਡਾਕਟਰ ਬਲਦੇਵ ਸਿੰਘ ਤੇ ਡਾਕਟਰ ਕਾਬਲ ਸਿੰਘ ਉਹਨਾਂ ਦਾ ਬਹੁਤ ਧੰਨਵਾਦ ਹੈ। ਔਰ ਜਿਸ ਤਰੀਕੇ ਦੇ ਨਾਲ ਪਾਪਾ ਨੇ ਵੀ ਗੱਲ ਕਹੀ, ਜਿਸ ਤਰੀਕੇ ਦੇ ਨਾਲ ਇਹਨਾਂ ਨੇ ਉਸ ਨੂੰ ਪ੍ਰੈਜ਼ੈਂਟ ਕੀਤਾ ਹੈ, ਉਹ ਇੱਕ ਬੜੀ ਇੰਪੋਰਟੈਂਟ ਚੀਜ਼ ਹੈ। ਤੇ ਹੋਪਫੁਲੀ ਇਸ ਕਿਸਮ ਦੇ ਇੰਪੋਰਟੈਂਟ ਟੌਪਿਕਸ ਜਿਹੜੇ ਨੇ ਇਹ ਦੁਬਾਰਾ ਵੀ ਸਾਡੇ ਨਾਲ ਸ਼ੇਅਰ ਕਰਨਗੇ। ਇੱਕ ਵਾਰ ਫਿਰ ਤੁਹਾਡੇ ਦੋਨਾਂ ਦਾ ਬਹੁਤ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਕਮੈਂਟ ਮੈਂ ਹੋਰ ਕਰਨਾ ਚਾਹਾਂਗਾ। ਡਾਕਟਰ ਭੱਟੀ ਸਾਹਿਬ ਨੇ ਜਿਹੜਾ ਕੀਤਾ ਸੀਗਾ, ਸੌਰੀ ਫॉर द ਟਾਈਮ, ਵੀ ਟੀਵੀ ਚੈਨਲ ਦੇ ਬਾਰੇ, ਮੈਂ ਇਸ ਬਾਰੇ ਵੀ BC ਦੇ ਵਿੱਚ, ਵੈਨਕੂਵਰ ਏਰੀਆ ਦੇ ਵਿੱਚ ਇਹ ਟਰਾਈ ਜਦੋਂ ਦਾ ਮੈਂ ਆਇਆ ਵਾਂ 2-3 ਬੰਦੇ ਕਰ ਚੁੱਕੇ ਨੇ, ਔਰ ਉਹਨਾਂ ਨੇ ਟੀਵੀ ਦਾ ਟਾਈਮ ਲਿੱਤਾ ਵੀ ਹੈ, ਬਟ ਦੇ ਹੈਡ ਟੂ ਕੈਂਸਲ ਇਟ ਬਿਕੋਜ਼ ਦੇयर ਵਾਸ नो ਕਮਿਊਨਿਟੀ ਸਪੋਰਟ। ਜੇ ਕੋਈ ਅਦਰੰਗੀਆਂ ਕੁੜੀਆਂ ਦੀਆਂ ਜਿਹੜੀਆਂ ਹੈਗੀਆਂ ਨੇ ਗਾਣੇ ਗੁਣੇ, ਉਹ ਜਦੋਂ ਵੀ ਕੋਈ ਪ੍ਰੋਗਰਾਮ ਬਣਾਉਂਦਾ ਹੈ ਉਹਦੇ ਵਾਸਤੇ ਐਡਵਰਟਾਈਜ਼ਮੈਂਟਸ ਬਹੁਤ ਮਿਲਦੀਆਂ ਨੇ ਉਹਨਾਂ ਨੂੰ, ਐਂਡ ਦੋਜ਼ ਪ੍ਰੋਗਰਾਮਸ ਕੰਟੀਨਿਊ ਫॉर ਈਅਰਸ ਐਂਡ ਈਅਰਸ। ਪਰ ਇੱਦਾਂ ਦੇ ਪ੍ਰੋਗਰਾਮ ਦੇ ਵਾਸਤੇ ਦੇयर ਇਜ਼ नो ਕਮਿਊਨਿਟੀ ਸਪੋਰਟ, ਉਹਨਾਂ ਨੂੰ ਐਡਵਰਟਾਈਜ਼ਮੈਂਟਸ ਨਹੀਂ ਮਿਲੀਆਂ, ਔਰ ਫਿਰ ਦੇ ਹੈਡ ਟੂ ਸਟਾਪ ਇਟ। ਕਮਿਊਨਿਟੀ ਸਪੋਰਟ ਹੈ ਨਹੀਂ ਇਸ ਚੀਜ਼ ਦੇ ਵਾਸਤੇ।